ਪ੍ਰਾਈਮ ਏਸ਼ੀਆ ਟੈਲੀਵਿਜ਼ਨ ਵੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਟਾਈਮ ਵਿਦ ਬੈਨੀਪਾਲ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਜੱਲਿਆਂਵਾਲਾ ਬਾਗ ਦੀ ਸ਼ਤਾਬਦੀ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਆਪਣੇ ਇਹ ਪ੍ਰੋਗਰਾਮ ਨੂੰ। 100 ਸਾਲ ਹੋ ਚੁੱਕਾ ਹੈ। 13 ਅਪ੍ਰੈਲ 1919 ਦੀ ਵਿਸਾਖੀ ਵਾਲੇ ਦਿਨ ਜੱਲਿਆਂਵਾਲੇ ਬਾਗ ਦੇ ਵਿੱਚ ਉਸ ਸਮੇਂ ਦੀ ਫਰੰਗੀ ਹਕੂਮਤ ਨੇ ਬਹੁਤ ਸਾਰੇ ਭਾਰਤੀਆਂ ਦੇ ਉੱਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ। 1750 ਤੋਂ ਵੱਧ ਦੱਸਿਆ ਜਾਂਦਾ ਹੈ ਕਿ ਗੋਲੀਆਂ ਦੇ ਖੋਲ ਉੱਥੇ ਖਾਲੀ ਕਰ ਦਿੱਤੇ ਗਏ। 300 ਤੋਂ ਵੱਧ ਲੋਕ ਮਾਰ ਦਿੱਤੇ ਗਏ ਤੇ ਸੈਂਕੜੇ ਜ਼ਖਮੀ ਹੋ ਗਏ ਸਨ। ਇਸ ਦਾਸਤਾਨ ਦੇ ਮੁਤਾਲਕ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਉਸ ਦਿਨ ਖੂਨੀ ਵਿਸਾਖੀ ਮਨਾਈ ਗਈ। ਸ਼ੋਕ ਦੀ ਲਹਿਰ ਦੁਨੀਆ ਭਰ ਦੇ ਭਾਰਤੀਆਂ ਵਿੱਚ ਦੌੜੀ ਤੇ 100 ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਜੱਲਿਆਂਵਾਲੇ ਬਾਗ ਦੇ ਸ਼ਹੀਦਾਂ ਦੇ ਉੱਤੇ ਕਿਹੋ ਜਿਹੀ ਰਾਜਨੀਤੀ ਹੋ ਰਹੀ ਹੈ, ਕਿ ਉਸ ਉੱਤੇ ਮੁਆਫੀ ਬਰਤਾਨੀਆ ਸਰਕਾਰ ਨੇ ਭਾਰਤ ਦੀ ਪਾਰਲੀਮੈਂਟ ਵਿੱਚ ਕੋਈ ਮਤਾ ਪੇਸ਼ ਕਰਕੇ ਉਹਨਾਂ ਦੇ ਸਪੁਰਦ ਕੀਤਾ ਗਿਆ ਹੈ, BC ਸਰਕਾਰ ਵੱਲੋਂ ਇਸ ਉੱਤੇ ਕੀ ਕੁਝ ਹੋਇਆ ਹੈ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਾਡੇ ਪ੍ਰੋਗਰਾਮ ਵਿੱਚ ਚੱਲਣਗੀਆਂ। ਆਓ ਸਭ ਤੋਂ ਪਹਿਲਾਂ ਸੰਘਾ ਸਾਹਿਬ ਸਾਡੇ ਅੱਜ ਮਹਿਮਾਨ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੁਰਿੰਦਰ ਸੰਘਾ ਜੀ, ਜੀ ਵੈਲਕਮ। ਧੰਨਵਾਦ ਜੀ। ਸੰਘਾ ਸਾਹਿਬ, ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਜੱਲਿਆਂਵਾਲੇ ਬਾਗ ਦੇ ਮੁਤਲਕ ਆਪਾਂ ਗੱਲਬਾਤ ਕਰਨੀ ਹੈ। ਸ਼ਤਾਬਦੀ ਮਨਾਈ ਜਾ ਰਹੀ ਹੈ, ਕਿੱਥੇ ਕ ਖੜੇ ਨੇ ਜੀ ਅੱਜ ਜੱਲਿਆਂਵਾਲੇ ਬਾਗ ਦੇ ਸ਼ਹੀਦ? ਇਹ ਜੱਲਿਆਂਵਾਲੇ ਬਾਗ ਦਾ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਜੱਲਿਆਂਵਾਲੇ ਬਾਗ ਦੀ ਇਹ ਜਿਹੜੀ ਸ਼ਤਾਬਦੀ ਚੱਲ ਰਹੀ ਹੈ, ਜਿਹੜੇ ਭਾਰਤੀ ਦੁਨੀਆ ਦੇ ਸਾਰੇ ਹਿੱਸਿਆਂ 'ਚ ਵੱਸਦੇ ਆ ਅਤੇ ਭਾਰਤ ਦੇ ਵੀ ਸਾਰੇ ਹਿੱਸਿਆਂ 'ਚ ਇਹ ਜਿਹੜੀ ਸ਼ਤਾਬਦੀ ਬੜੇ ਜ਼ੋਰ ਸ਼ੋਰ ਨਾਲ ਮਨਾਈ ਗਈ ਆ ਅਤੇ ਲੋਕਾਂ ਵੱਲੋਂ ਕਈ ਸਮਾਗਮ ਕੀਤੇ ਗਏ ਆ। ਇੱਥੇ ਜਿੱਦਾਂ ਅਸੀਂ ਬ੍ਰਿਟਿਸ਼ ਕੋਲੰਬੀਆ 'ਚ ਆਪਣੀ ਕੈਨੇਡਾ 'ਚ ਵੀ ਕਾਫੀ ਜਿਹੜੀ ਆਪਣੀ ਵਸੋਂ ਆ ਭਾਰਤੀਆਂ ਦੀ, ਉਹਨੇ ਵੀ ਇਹਦੇ ਲਈ ਲਗਾਤਾਰ ਸਮਾਗਮ ਕੀਤੇ ਆ। ਅਤੇ ਇਹਦੇ 'ਚ ਜਿਹੜੀ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਸਰਕਾਰ ਹੈ ਇਸ ਵੇਲੇ ਉਹ ਬੜੇ ਵਧਾਈ ਦੇ ਪਾਤਰ ਹੈ। ਉਹ ਕਿਉਂ ਜੀ? ਕਿਉਂਕਿ ਉਹਨੇ ਅਸੀਂ ਸਾਡੀ ਜਿਹੜੀ ਜਥੇਬੰਦੀ ਇੰਡੋ ਕੈਨੇਡੀਅਨ ਵਰਕਰ ਐਸੋਸੀਏਸ਼ਨ, ਅਸੀਂ ਪਿਛਲੇ ਸਾਲ ਜਦੋਂ ਗਦਰੀ ਮੈਮੋਰੀਅਲ ਮੇਲਾ ਕਰਾਇਆ, ਅਸੀਂ ਉਹ ਵੀ ਉਹਨੂੰ ਸਮਰਪਿਤ ਕੀਤਾ ਸੀ ਅਤੇ ਮੈਗਜ਼ੀਨ ਕੱਢਿਆ। ਉਹਦੇ 'ਚ ਅਸੀਂ ਉਸ ਵੇਲੇ ਵੀ ਜਿਹੜੇ ਸਰਕਾਰ ਦੇ ਨੁਮਾਇੰਦੇ ਉੱਥੇ ਆਏ ਸੀ, ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਵੀ ਤੁਸੀਂ ਸ਼ਤਾਬਦੀ ਆ ਰਹੀ ਆ, ਉਹਦੇ 'ਚ ਤੁਸੀਂ ਉਹਦੇ 'ਚ ਜਿਹੜਾ ਮਨੁੱਖਤਾ ਦਾ ਘਾਣ ਹੋਇਆ ਸੀ ਉਹਨੂੰ ਰੈਕੋਗਨਾਈਜ਼ ਕਰਨ ਲਈ ਜਿਹੜਾ 13 ਅਪ੍ਰੈਲ ਆ ਉਸ ਦਿਨ ਨੂੰ ਤੁਸੀਂ ਮੁਕਰਰ ਕਰੋ ਵੀ ਉਹਨੇ ਪ੍ਰੋਕਲਾਮੇਸ਼ਨ ਜਾਰੀ ਕਰੋ। ਅਤੇ ਉਹ ਜਿਹੜਾ ਪ੍ਰੋਕਲਾਮੇਸ਼ਨ ਆ ਉਹਨੇ ਜਾਰੀ ਕੀਤਾ ਅਤੇ ਉਹਨੇ 7 ਅਪ੍ਰੈਲ ਨੂੰ ਅਸੀਂ ਜਿਹੜਾ ਲਵਲੀ ਬੈਂਕੁਏਟ ਹਾਲ ਆ ਉਹਦੇ 'ਚ ਇੱਕ ਪਬਲਿਕ ਮੀਟਿੰਗ ਕਰਕੇ ਉਹਦੇ 'ਚ ਜਿਹੜੀ ਸਿਟੀਜ਼ਨ ਸਰਵਿਸ ਮਿਨਿਸਟਰ ਜਿੰਨੀ ਸਿਮਜ਼ ਅਤੇ ਲੇਬਰ ਮਿਨਿਸਟਰ ਹੈਰੀ ਬੈਂਸ ਅਤੇ MLA ਜਗਰੂਪ ਬਰਾੜ ਹੋਣੀ, ਸਾਰੇ ਜਿਹੜੇ ਆਲੇ ਦੁਆਲੇ ਦੇ ਸਾਡੇ ਪਤਵੰਤੇ ਸੱਜਣ ਉੱਥੇ ਇਕੱਠੇ ਹੋਏ ਸੀ, ਉਹਨਾਂ 'ਚੋਂ ਦਿੱਤਾ। ਉਹ ਬੜੀ ਇੱਕ ਬਹੁਤ ਵਧੀਆ ਗੱਲ ਆ, ਉਹ ਬੜੀ ਪ੍ਰਾਪਤੀ ਆ। ਉਹਦੇ 'ਚ ਹੋਰ ਜਥੇਬੰਦੀਆਂ ਨੇ ਵੀ ਕੰਮ ਕੀਤਾ, ਉਹਦੇ ਬਾਰੇ ਉਹਨੇ ਆਪਣਾ ਜ਼ੋਰ ਲਾਇਆ ਕਿਉਂਕਿ ਇਹ ਸਾਰਿਆਂ ਦਾ ਸਾਂਝਾ ਮਸਲਾ। ਕਿਸੇ ਇੱਕ ਜਥੇਬੰਦੀ ਨੇ ਇਹ ਪੇਟੈਂਟ ਨਹੀਂ ਕਰਾਇਆ ਵੀ ਅਸੀਂ ਕਰਨਾ ਜਾਂ ਹੋਰ ਉਹਨਾਂ ਨੇ ਨਹੀਂ ਕਰਨਾ, ਇਹ ਸਾਰਿਆਂ ਨੇ ਜੋ ਆਪਣਾ ਜਿਹੜਾ ਪਾਇਆ ਸੀ ਉਹਦੇ ਬੜੇ। ਸੋ ਆਖਰ ਨੂੰ ਇਹ ਆਖਿਆ ਜਾ ਸਕਦਾ ਹੈ ਕਿ ਸਾਰਿਆਂ ਦੀ ਕੀਤੀ ਮਿਹਨਤ ਰੰਗ ਲਿਆਈ ਅਤੇ ਜੋ ਤੁਸੀਂ ਡਿਮਾਂਡ ਰੱਖੀ ਸੀ ਉਹ BC ਸਰਕਾਰ ਨੇ ਪੂਰੀ ਕੀਤੀ। ਅਸੀਂ ਡਿਮਾਂਡ ਇਹ ਜਿਹੜੀ ਅਸੀਂ ਖੁੱਲ੍ਹੇ ਤੌਰ 'ਤੇ ਰੱਖੀ ਆ, ਅਸੀਂ ਇਹ ਨਹੀਂ ਕਰਦੇ ਵੀ ਅਸੀਂ ਇਕੱਲਿਆਂ ਨੇ ਰੱਖੀ ਆ, ਹੋਰਨਾਂ ਨੇ ਵੀ ਰੱਖੀ ਆ। ਅਸੀਂ ਜਦੋਂ 8 ਦਸੰਬਰ 1918 ਨੂੰ ਅਸੀਂ ਜਿਹੜਾ 2019 ਦਾ ਕੈਲੰਡਰ ਰਿਲੀਜ਼ ਕੀਤਾ, ਉਹ ਵੀ ਅਸੀਂ ਜੱਲਿਆਂਵਾਲੇ ਬਾਗ ਨੂੰ ਸਮਰਪਿਤ ਕੀਤਾ ਸੀ। ਉਦੋਂ ਵੀ ਅਸੀਂ ਬਹੁਤ ਜ਼ੋਰ ਪਾਇਆ ਸੀ ਵੀ ਇਹ ਜਿਹੜੀ ਘਟਨਾ ਆ ਇਹਨੂੰ ਤੁਸੀਂ ਵਿਚਾਰ ਕੇ ਤਾਂ ਇਹਨੀ 13 ਨੇ ਮਿਨਿਸਟਰਾਂ ਅਤੇ MLA ਨੇ ਇਹਨੀ ਸਾਡੇ ਨਾਲ ਵਾਅਦਾ ਕੀਤਾ ਸੀ ਅਤੇ ਉਹ ਨਹੀਂ ਵਾਅਦਾ ਪੂਰਾ ਕਰਤਾ। ਇਹ ਵਧਾਈ ਦੇ ਪਾਤਰ ਆ। ਇਸੇ ਮਸਲੇ 'ਚ ਅਸੀਂ ਫੈਡਰਲ ਸਰਕਾਰ ਨੂੰ ਵੀ ਅਪਰੋਚ ਕੀਤੀ ਸੀ, ਜਿਹੜੇ ਸਾਡੇ ਸਰੀ ਦੇ ਨੌਰਥ ਸਰੀ ਦੇ MP ਆ ਸਰਾਏ ਹੋਣੀ, ਰਣਦੀਪ ਸਰਾਏ ਨੂੰ ਵੀ ਅਸੀਂ ਇਹ ਬੇਨਤੀ ਕੀਤੀ ਸੀ ਵੀ ਤੁਸੀਂ ਵੀ ਇਹ ਲਈ ਕੋਈ ਕੰਮ ਕਰੋ। ਉਹਨੇ ਕਿੰਨਾ ਕੀਤਾ ਉਹਦੇ ਬਾਰੇ ਸਾਨੂੰ ਉਹ ਤੋਂ ਬਾਅਦ ਗੱਲਬਾਤ ਹੋਈ? ਗੱਲਬਾਤ ਉਹ ਤੋਂ ਬਾਅਦ ਨਹੀਂ ਫਿਰ ਹੋਈ ਕਿਉਂਕਿ ਉਹ ਆਪਣੇ ਹੋਰ ਮਸਲਿਆਂ 'ਚ ਅਸੀਂ ਆਪਣੇ 'ਚ ਰੁੱਝ ਗਏ ਅਤੇ ਪਰ ਅਸੀਂ ਲਗਾਤਾਰ ਇਹ 'ਤੇ ਵਰਕ ਕਰਦੇ ਰਹਾਂਗੇ। ਇਹ ਬੜੀ ਇੱਕ ਬਹੁਤ ਵਧੀਆ ਗੱਲ ਆ। ਜਦੋਂ ਅਸੀਂ ਬੈਨੀਪਾਲ ਜੀ, ਜਦੋਂ ਇਸ ਗੱਲ ਨੂੰ ਅਸੀਂ ਯਾਦ ਕਰਦੇ, ਇਸ ਘਟਨਾ ਨੂੰ, ਇੰਨਾ ਜਦੋਂ ਘਟਨਾ ਸੁਣਦੇ ਵੀ ਤਾਂ ਲੋਕ ਸੁੰਨ ਹੋ ਜਾਂਦਾ।
ਪਰ ਉਹਦੇ ਜਿਹੜੇ ਕਾਰਨ ਆ ਨਾ, ਮੈਂ ਕਿਉਂਕਿ ਮੈਂ ਇਹਦੀ ਹਿਸਟਰੀ 'ਚ ਬਾਹਲਾ ਨਹੀਂ ਜਾਣਾ ਚਾਹੁੰਦਾ, ਕਿਉਂਕਿ ਅੱਗੇ ਪ੍ਰੋਗਰਾਮ ਇਹਦੇ ਤੁਸੀਂ ਵੀ ਕੀਤੇ ਵੀ TV ਤੇ। ਤਾਂ ਇੱਕ ਮੈਂ ਜਿਹੜੀ ਗੱਲ ਇਹ ਕਰਨੀ ਚਾਹੁੰਦਾ, ਅਸੀਂ ਇਹ ਸਮਝਦੇ ਹਾਂ ਵੀ ਜਿਹੜਾ ਜਲਿਆਂਵਾਲਾ ਬਾਗ ਆ ਉਹ ਫਿਰਕੂ ਏਕਤਾ ਤੇ ਸਦਭਾਵਨਾ ਦਾ ਪ੍ਰਤੀਕ ਆ। ਉਹ ਕਿਉਂ? ਉਹ ਤਾਂ ਕਿਉਂਕਿ ਉੱਥੇ ਜਿਹੜੇ ਲੋਕਾਂ ਦਾ ਖੂਨ ਡੁੱਲਿਆ ਉਹ ਇੱਕ ਧਰਮ ਦੇ, ਇੱਕ ਫਿਰਕੇ ਦੇ ਲੋਕਾਂ ਦਾ ਡੋਲਿਆ। ਉਹ 'ਚ ਹਿੰਦੂਆਂ ਨੇ, ਸਾਰੇ ਰਲੇ ਵੇਲੇ ਸੀ, ਮੁਸਲਮਾਨਾਂ ਨੇ, ਸਾਰਿਆਂ ਨੇ। ਜਦੋਂ ਜਿਹੜਾ ਅਸੀਂ ਮੈਗਜ਼ੀਨ ਛਾਪਿਆ ਉਹਦੇ ਅਸੀਂ ਜਿਹੜਾ ਸਰਕਾਰੀ ਰਿਪੋਰਟ ਆ 381 ਜਿਹੜੇ ਉੱਥੇ ਲੋਕ ਸ਼ਹੀਦ ਹੋਏ, ਪਰ ਸ਼ਹੀਦ 1000 ਤੋਂ ਵੱਧ ਹੋਏ ਆ। ਰਿਪੋਰਟ ਸਰਕਾਰੀ ਰਿਪੋਰਟ ਇਹ ਕਹਿੰਦੀ। ਉਹਦੇ ਜਦੋਂ ਤੁਸੀਂ ਨਜ਼ਰ ਮਾਰ ਕੇ ਦੇਖਦੇ ਆ, ਉਹਦੇ 'ਚ ਤੁਹਾਨੂੰ ਅਸੀਂ ਇਕੱਲੇ ਉਹਨਾਂ ਦੇ ਪਿੰਡਾਂ ਦੇ ਨਾਂ ਦੇ ਕੇ ਉਹ ਕੀਤੀ ਰਿਪੋਰਟ, ਉਹ ਮਿਲ ਜਾਂਦੀ ਗੂਗਲ ਤੇ, ਜਿੱਥੋਂ ਮਰਜ਼ੀ ਕੱਢ ਲਓ। ਉਹਦੇ 'ਚ ਵੀ ਸਾਰੀ ਜਿਹੜੇ ਭਾਈਚਾਰੇ ਉਹਨਾਂ ਦੇ, ਕੋਈ ਹਿੰਦੂ ਆ, ਕੋਈ ਮੁਸਲਮਾਨ ਆ, ਕੋਈ ਸਿੱਖ ਹੈ, ਕੋਈ ਈਸਾਈ ਹੈ। ਇਹਦੇ 'ਚ ਜਿਹੜੀ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਸੀ, ਉਹਨਾਂ ਦਾ ਰਾਜ ਕਰਨ ਦਾ ਇੱਕ ਬੜਾ ਵਧੀਆ ਇੱਕ ਤਰੀਕਾ ਸੀ ਵੀ ਇਹਨਾਂ ਨੂੰ ਪਾੜ ਕੇ ਰੱਖੋ, ਇਹਨਾਂ ਨੂੰ ਧਰਮਾਂ 'ਚ ਫਿਰਕਿਆਂ 'ਚ ਪਾੜ ਕੇ ਰੱਖੋ, ਡਿਵਾਈਡ ਐਂਡ ਰੂਲ ਰੂਲ ਰਾਜ ਕਰੋ। ਤੇ ਪੰਜਾਬ ਨੂੰ ਫੌਜੀ ਨਰਸਰੀ ਲਈ ਬਚਾ ਕੇ ਰੱਖੋ ਵੀ ਇਹਨਾਂ ਦੇ ਵਿੱਚ ਕੋਈ ਇਦਾਂ ਦੀ ਜਾਗਰਤੀ ਨਾ ਆਵੇ ਵੀ ਜਿਹਦੇ ਨਾਲ ਇਹ ਨਾ ਸਾਡੀ ਫੌਜੀ ਭਰਤੀ ਬੰਦ ਹੋ ਜਾਵੇ। ਤੇ ਦੂਜਾ ਗਦਰ ਪਾਰਟੀ ਦਾ ਜਿਹੜਾ ਭਾਵੇਂ ਉਹ ਜਿਹੜੀ ਮੂਵਮੈਂਟ ਕਾਮਯਾਬ ਨਹੀਂ ਹੋ ਸਕੀ, ਪਰ ਉਹਦਾ ਜਿਹੜਾ ਅਸਰ ਲੋਕਾਂ ਤੇ ਪਿਆ ਸੀਗਾ, ਉਹ ਤੋਂ ਵੀ ਅੰਗਰੇਜ਼ ਬਹੁਤ ਡਰਦੇ ਸੀ, ਕਿਉਂਕਿ ਲੋਕਾਂ ਨੂੰ ਨਹੀਂ ਜਿਹੜਾ ਹਥਿਆਰਬੰਦ ਇਨਕਲਾਬ ਦਾ ਜਿਹੜਾ ਨਾਅਰਾ ਦੇ ਕੇ। ਗਦਰੀ ਇਦਾਂ ਦੇ ਸੀਗੇ ਵੀ ਜਿਹੜੇ ਸ਼ਹੀਦ ਹੋ ਗਏ ਤਾਂ ਸ਼ਹੀਦ ਹੋ ਗਏ, ਜਿਹੜੇ ਜੇਲ੍ਹਾਂ ਚਲ ਗਏ, ਜਦੋਂ ਬਾਹਰ ਆਏ ਉਹ ਬੈਠੇ ਨੇ। ਹਰੇਕ ਜਦੋਂ ਆਪਾਂ ਨਜ਼ਰ ਮਾਰ ਕੇ ਦੇਖਦੇ ਹਾਂ ਇਹ ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਵਿੱਚ, ਉਹ ਹਰੇਕ ਲਹਿਰ ਦੇ ਵਿੱਚ ਉਹਨੇ ਹਿੱਸਾ ਲਿਆ। ਲੋਕਾਂ ਦੇ ਉਹਨਾਂ ਦੇ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਜਿਹੜੀ ਉਹਨਾਂ ਦੇ ਮਨਾਂ 'ਚ ਭਾਵਨਾ ਸੀ, ਉਹ ਲੋਕਾਂ ਨੂੰ ਨਹੀਂ ਦੱਸਿਆ। ਉਹ ਚੰਗਿਆੜੀ ਬਲਦੀ ਰੱਖੀ, ਉਹਨੇ ਬਲਦੀ ਰੱਖੀ ਆ। ਗਾਹਾਂ ਜਿੰਨੀਆਂ ਵੀ ਲਹਿਰਾਂ ਚੱਲੀਆਂ, ਉਹਨਾਂ ਦੇ ਜਿੱਦਾਂ ਟਾਰਚ ਬੇਅਰਰ ਸੀ, ਇੱਕ ਉਸ ਲਾਈਟ ਨੂੰ ਗਾਹਾਂ ਵਧਾਉਣੇ ਵਾਲੇ। ਇਹਦੇ ਨਾਲ ਜਦੋਂ ਫਸਟ ਵਰਲਡ ਵਾਰ ਮੁੱਕਦੀ ਆ ਤਾਂ ਮੁਲਕ ਦੇ ਵਿੱਚ ਹਾਲਾਤ ਜਿਹੜੇ ਮਹਾਤਮਾ ਗਾਂਧੀ ਹੁਣੀ ਉਹਦੀ ਸਪੋਰਟ ਕੀਤੀ ਸੀ, ਉਹਨਾਂ ਨੂੰ ਆਸ ਸੀ ਵੀ ਨਹੀਂ ਉਹ ਲੜਾਈ ਤੋਂ ਬਾਅਦ ਸਾਨੂੰ ਕੁਛ ਸੁਧਾਰ ਕਰਨਗੇ ਰਾਜਨੀਤਿਕ। ਉਹ ਰਾਜਨੀਤਿਕ ਸੁਧਾਰ ਤਾਂ ਹੋਏ ਨਾ, ਉੱਥੇ ਕਾਲ ਪੈ ਗਏ, ਬਿਮਾਰੀਆਂ ਪੈ ਗਈਆਂ, ਆਪਣੇ ਹਜ਼ਾਰਾਂ ਲੱਖਾਂ ਨੌਜਵਾਨ ਮਰ ਗਏ, ਸ਼ਹੀਦ ਹੋ ਗਏ। ਉਹਨਾਂ ਨੂੰ ਉੱਥੇ ਭੇਜ ਦਿੱਤਾ ਬਗੈਰ ਟ੍ਰੇਨਿੰਗ ਤੋਂ ਹੀ, ਖਾਣੇ ਤੋਂ ਵੀ ਰਹਿ ਗਏ, ਨਾ ਉਹਨਾਂ ਨੂੰ ਬੋਲੀ ਆਵੇ ਨਾ ਵਾਸਤਾ। ਤੇ ਲੋਕਾਂ ਦੇ ਵਿੱਚ ਉੱਥੇ ਆਰਥਿਕ ਮੁੰਦਵਾੜਾ ਆ ਗਿਆ, ਕਾਲ ਪੈ ਗਏ, ਆਨੇ ਨਹੀਂ ਬਾਹਰ ਕੱਢਤਾ। ਉਹ ਜਿਹੜੀ ਲੋਕਾਂ ਦੇ ਵਿੱਚ ਲਹਿਰ ਚੱਲੀ ਉਹਦੇ ਅਸੰਤੋਸ਼ ਦੀ, ਉਹਨੂੰ ਸੰਭਾਲਣੇ ਲਈ ਇਹਨੀ ਰਾਜਨੀਤਿਕ ਸੁਧਾਰਤਾ ਕੀ ਕਰਨੇ ਸੀ, ਰੌਲਟ ਐਕਟ ਪਾਸ ਕਰਤਾ। ਉਹ ਰੌਲਟ ਐਕਟ ਦੇ ਆਧਾਰ ਤੇ ਤੁਹਾਡੇ ਸਾਰੇ ਹੱਕ ਖੋਲੇ, ਡਿਫੈਂਸ ਆਫ ਇੰਡੀਆ ਰੂਲ ਮੰਗੂ, ਉਹਦੇ 'ਚ ਤੁਸੀਂ ਇਕੱਠੇ ਨਹੀਂ ਹੋ ਸਕਦੇ, ਪ੍ਰੈਸ ਦੀ ਆਜ਼ਾਦੀ ਵੀ ਖੋਲੀ। ਉਹਦੇ ਖਿਲਾਫ ਮਹਾਤਮਾ ਗਾਂਧੀ ਨੇ ਜਦ ਲਹਿਰ ਚਲਾਈ ਆ, ਉਹਦਾ ਅਸਰ ਪੰਜਾਬ 'ਚ ਬਹੁਤ ਹੋਇਆ। ਪੰਜਾਬ 'ਚ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਇਹ ਜਿਹੜੀ ਹਿੰਦੂ ਸਿੱਖ ਮੁਸਲਮਾਨ ਏਕਤਾ ਹੋਈ ਹੈ, ਤਾਂ ਅੰਗਰੇਜ਼ ਡਰ ਗਏ, ਘਬਰਾ ਗਏ। ਜਦੋਂ ਇਹਨੇ ਇਕੱਠੇ ਮੁਜ਼ਾਹਰੇ ਕੀਤੇ ਰੌਲਟ ਐਕਟ ਦੇ ਖਿਲਾਫ, ਪਹਿਲਾਂ 30 ਮਾਰਚ ਨੂੰ ਕੀਤਾ, ਫਿਰ 6 ਅਪ੍ਰੈਲ ਨੂੰ ਕੀਤਾ। ਉਹਦੇ ਬਾਅਦ ਰਾਮਨੌਮੀ ਆ ਗਈ। ਰਾਮਨੌਮੀ ਦੇ ਵਿੱਚ ਜਿਹੜਾ ਇੱਕ ਹਿੰਦੂਆਂ ਦਾ ਤਿਉਹਾਰ ਆ, ਉਹਦੇ 'ਚ ਤਿੰਨੇ ਹੀ ਧਰਮ, ਇਹ ਸਾਰੇ ਲੋਕ ਫਿਰ ਕਹਿੰਦੇ ਇਕੱਠੇ ਹੋ ਗਏ, ਇਹਨੇ ਸਾਂਝਾ ਉੱਥੇ ਉਹਦਾ ਜਲੂਸ ਕੱਢਿਆ ਤੇ ਉਹਦੇ 'ਚ ਇਹ ਮੁਸਲਮਾਨ ਹਿੰਦੂ ਸਿੱਖ ਏਕਤਾ ਦੇ ਨਾਅਰੇ ਲਾਏ ਤੇ ਹਿੱਲ ਕੇ ਰਹਿ ਗਈ ਵੀ ਇਹ ਤਾਂ ਇਹ ਕੀ ਹੋਣ ਲੱਗਾ। ਅੰਗਰੇਜ਼ ਡਰਦੇ ਬਹੁਤ ਸੀ ਡਿਵਾਈਡ ਐਂਡ ਰੂਲ ਦੀ ਪਾਲਿਸੀ ਕਰਕੇ। ਉਦੋਂ ਬਾਅਦ ਜਿਸ ਵੇਲੇ ਉਹ ਹੋ ਗਿਆ, ਉਹ ਤੋਂ ਬਾਅਦ ਇੱਕ ਘਬਰਾ ਗਏ। ਉਸ ਵੇਲੇ ਜਿਹੜਾ ਫਰੰਗੀ ਸਰਕਾਰ ਘਬਰਾ ਗਈ, ਬਿਲਕੁਲ। ਜਿਹੜਾ ਆਪਣਾ ਲੈਫਟੀਨੈਂਟ ਗਵਰਨਰ ਸੀ ਔਡਵਾਇਰ, ਜਿਹਨੂੰ ਗਾਹਾਂ ਜਾ ਕੇ ਆਪਣੇ ਅਮਰ ਸ਼ਹੀਦ ਊਧਮ ਸਿੰਘ ਜਿਹਨੂੰ ਮਾਰਿਆ ਜਾ ਕੇ ਉੱਥੇ ਕੀਤਾ, ਉਹ ਸੀ। ਉਹ ਤਾਂ ਗਦਰੀਆਂ ਨੂੰ ਝੂਠੇ ਮੁਕੱਦਮੇ 'ਚ ਫਸਾ ਕੇ ਫਾਹੇ ਲਾਇਆ ਸੀ। ਆਪਣੇ ਬਲਵੰਤ ਸਿੰਘ ਤੇ ਕੋਈ ਮੁਕੱਦਮਾ ਨਹੀਂ ਸੀ ਬਣਦਾ। ਉਹ 'ਚ ਬੇਲਾ ਸਿੰਘ ਵਰਗਿਆਂ ਗਦਾਰਾਂ ਨੂੰ ਜਿਹੜੇ ਉੱਥੇ ਗਏ ਸੀ, ਉਹਨਾਂ ਨੂੰ ਲਿਜਾ ਕੇ ਝੂਠੀਆਂ ਗਾਹੀਆਂ ਦੇ ਕੇ ਉਹਨੂੰ ਫਸਾ ਕੇ ਫਾਂਸੀ ਲਵਾਇਆ। ਇੱਦਾਂ ਦੇ ਕੰਮ ਕੀਤੇ। ਉਹ ਚਾਹੁੰਦਾ ਸੀ ਵੀ ਜਿਹੜਾ ਪੰਜਾਬ ਹੈ ਫੌਜੀ ਭਰਤੀ ਦੀ ਨਰਸਰੀ ਰਹੇ, ਇਹਨਾਂ ਨੂੰ ਰਾਜਨੀਤਿਕ ਚੇਤਨਤਾ ਆਵੇ ਨਾ।
ਇਹਨਾਂ ਨੂੰ ਅਸੀਂ ਇਸੇ ਤਰ੍ਹਾਂ ਰੱਖਿਆ। ਜਿਹੜੇ ਆਪਣੇ ਸਿੱਖ ਅਦਾਰੇ ਸੀ ਉਹ ਵੀ ਸਰਕਾਰ ਦੀ ਸਰਪ੍ਰਸਤੀ ਸਰਕਾਰ ਦੇ ਉਹ ਸਰਕਾਰ ਜੋ ਕਹੇ। ਹੁਣ ਦੇਖੋ ਬੜੀ ਹੈਰਾਨੀ ਦੀ ਗੱਲ ਆਪਾਂ ਆ। ਇਸ ਗੱਲ ਨੂੰ ਵੱਲ ਨੂੰ ਵਧਦੇ ਹਾਂ ਦੋਸਤੋ। ਇਸ ਵਕਤ ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਵੇਖ ਰਹੇ ਹੋ। ਅਸੀਂ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ। ਉਸ ਦੀ ਕੁਝ ਪਿੱਠ ਭੂਮੀ ਦੀਆਂ ਗੱਲਾਂ ਕਰ ਰਹੇ ਹਾਂ ਤੇ ਕੁਝ ਸ਼ਤਾਬਦੀ ਸਮਾਗਮਾਂ ਦੇ ਉੱਤੇ ਕੀ ਕੁਝ ਹੋਇਆ ਹੈ ਤੇ ਕੀ ਆਸ ਤੇ ਤਵੱਕੋ ਰੱਖੀ ਜਾ ਸਕਦੀ ਹੈ, ਇਹ ਗੱਲਬਾਤ ਜਾਰੀ ਰਹੇਗੀ। ਪ੍ਰਾਈਮ ਏਸ਼ੀਆ ਟੀਵੀ ਦੀ ਮੋਬਾਈਲ ਐਪ ਡਾਊਨਲੋਡ ਕਰੋ ਤੇ $2000 ਜਿੱਤਣ ਦਾ ਮੌਕਾ ਪਾਓ। ਸਿਰਫ ਸਾਈਨ ਅਪ ਤੇ ਕਲਿੱਕ ਕਰਕੇ ਇੱਕ ਸਿੰਪਲ ਜੁਆਇਨਿੰਗ ਫਾਰਮ ਭਰ ਕੇ ਤੁਸੀਂ ਮੈਂਬਰ ਆਈਡੀ ਜਨਰੇਟ ਕਰ ਸਕਦੇ ਹੋ, ਜਿਸ ਨਾਲ ਤੁਸੀਂ ਐਲੀਜੀਬਲ ਹੋ ਜਾਓਗੇ $2000 ਕੈਸ਼ ਜਿੱਤਣ ਲਈ। ਇਸ ਕੰਟੈਸਟ ਲਈ ਸ਼ਰਤ ਇਹ ਵੀ ਹੈ ਕਿ ਪ੍ਰਾਈਮ ਏਸ਼ੀਆ ਟੀਵੀ ਦਾ YouTube ਚੈਨਲ ਸਬਸਕ੍ਰਾਈਬ ਕਰਨਾ ਜਾਂ Facebook ਪੇਜ ਲਾਈਕ ਕਰਨਾ ਜ਼ਰੂਰੀ ਹੈ ਤੇ ਜੇਕਰ ਤੁਹਾਡੇ ਦੁਆਰਾ ਰੈਫਰ ਕੀਤਾ ਕੋਈ ਹੋਰ ਮੈਂਬਰ ਇਨਾਮ ਜਿੱਤਦਾ ਹੈ ਤਾਂ ਉਸ ਦੇ ਇਨਾਮ ਚੋਂ ਅੱਧਾ ਇਨਾਮ ਤੁਹਾਡਾ ਹੋਏਗਾ। ਤੇ ਹੁਣ ਦੇਖਦੇ ਕੀ ਹੋ, ਕਰ ਦਿਓ ਸ਼ੁਰੂ ਸ਼ੇਅਰ ਕਰਨਾ। ਫॉर मोर इन्फो विजिट primeasiatv.com। ਦੋਸਤੋ ਇੱਕ ਵਾਰੀ ਫੇਰ ਸਵਾਗਤ ਕਰ ਰਹੇ ਹਾਂ ਤੇ ਇੰਡੋ ਕੈਨੇਡੀਅਨ ਵਰਕਰਸ ਐਸੋਸੀਏਸ਼ਨ ਤੋਂ ਸੁਰਿੰਦਰ ਸੰਘਾ ਜੀ ਅੱਜ ਸਾਡੇ ਮਹਿਮਾਨ ਨੇ। ਜਲਿਆਂਵਾਲੇ ਬਾਗ ਦੀ ਸ਼ਤਾਬਦੀ ਦੇ ਮੁਤਲਕ ਸਾਡੀ ਗੱਲਬਾਤ ਚੱਲ ਰਹੀ ਹੈ। ਸੰਘਾ ਸਾਹਿਬ, ਤੁਸੀਂ ਆਖ ਰਹੇ ਸੀ ਕਿ ਜਿਹੜੇ ਸਿੱਖਾਂ ਦੇ ਅਦਾਰੇ ਸਨ, ਜਿਹੜੇ ਸਿੱਖਾਂ ਦੇ ਅਦਾਰੇ ਉਹਨਾਂ ਤੇ ਵੀ ਜਿਹੜੇ ਪਿੱਠੂ ਹੀ ਨਹੀਂ ਲਾਏ ਸੀਗੇ ਅੰਗਰੇਜ਼ਾਂ ਨੇ। ਹੁਣ ਦੇਖੋ ਬੜੀ ਉਸ ਵੇਲੇ ਇਹ ਹੋਇਆ ਜਿਸ ਵੇਲੇ ਜਲਿਆਂਵਾਲੇ ਬਾਗ 'ਚ ਗੋਲੀ ਚੱਲ ਕੇ ਉੱਥੇ 1000 ਤੋਂ ਵੱਧ ਲੋਕ ਸ਼ਹੀਦ ਕਰਤੇ, ਪਤਾ ਨਹੀਂ ਕਿੰਨੇ ਕੁ ਫੱਟੜ ਹੋਏ ਉਹਦੇ 'ਚ। ਉਸ ਵੇਲੇ ਉਸ ਡਾਇਰ ਨੂੰ ਸੱਦ ਕੇ ਉਹਨੂੰ ਸਰੋਪਾ ਦਿੱਤਾ ਉੱਥੇ ਆਪਣੇ ਅਕਾਲ ਤਖ਼ਤ ਸੱਦ ਕੇ। ਉਹ ਤੋਂ ਬਾਅਦ ਸਿੱਖਾਂ ਦੇ ਸਿੱਖ ਜਿਹੜਾ ਭਾਈਚਾਰਾ ਸੀ ਇਹਦੇ 'ਚ ਬੜੀ ਗੁੱਸੇ ਦੀ ਲਹਿਰ ਉੱਠ ਕੇ ਉਹਦੇ ਨਾਲ ਇੱਕ ਅਹਿਮ ਤਬਦੀਲੀ ਹੋਈ ਜਿਹਨੇ ਹਿੰਦੁਸਤਾਨ ਦੀ ਆਜ਼ਾਦੀ ਦੀ ਲਹਿਰ ਨੂੰ ਇੱਕ ਨਵਾਂ ਹੀ ਹੁਲਾਰਾ ਦਿੱਤਾ। ਉਹ ਤਬਦੀਲੀ ਕੀ ਸੀ ਜੀ? ਉਹ ਗੁਰਦੁਆਰਾ ਸੁਧਾਰ ਲਹਿਰ ਚੱਲ ਪਈ। ਅੱਛਾ ਜੀ। ਗੁਰਦੁਆਰੇ ਆਜ਼ਾਦ ਹੋਣ ਲੱਗ ਪਏ। ਉਹਦੇ 'ਚ ਉਹ ਲਹਿਰ ਭਾਵੇਂ ਪਹਿਲਾਂ ਧਾਰਮਿਕ ਸੀ, ਹੌਲੀ ਹੌਲੀ ਉਹ ਨੈਸ਼ਨਲ ਮੂਵਮੈਂਟ ਨਾਲ ਜੁੜ ਕੇ ਸਾਰੇ ਲੋਕ ਉਸ ਲਹਿਰ ਦੇ ਨਾਲ ਜੁੜ ਗਏ। ਉਹਦੇ ਨਾਲ ਇੱਕ ਬੜਾ ਆਜ਼ਾਦੀ ਦੀ ਲੜਾਈ 'ਚ ਕੁੱਦ ਪਏ। ਹੁਣ ਮੈਂ ਇੱਕ ਗੱਲ ਜਿਹੜੀ ਮੇਰੀ ਥੋੜੀ ਜਿਹੀ ਰਹਿ ਗਈ, ਉਹ ਜਿਸ ਵੇਲੇ ਰਾਮ ਨੌਮੀ ਦਾ ਜਦੋਂ ਉਹ ਹੋਇਆ ਉਹਨੇ ਇਕੱਠ ਹੋ ਗਿਆ, ਬਹੁਤ ਇਕੱਠ ਮੁਜ਼ਾਹਰੇ ਹੋਏ। ਇਹ ਜਿਹੜੀ ਸਰਕਾਰ ਘਬਰਾ ਗਈ। ਜਿਹੜਾ ਉੱਥੇ ਦਾ ਮੈਜਿਸਟ੍ਰੇਟ ਸੀ ਉਹਨੂੰ, ਜਿਹੜੇ ਇਹਨਾਂ ਦੇ ਲੀਡਰ ਸੀਗੇ ਉਸ ਮਜਾਮਤ ਦੇ, ਅੰਮ੍ਰਿਤਸਰ ਦੇ, ਪੰਜਾਬ 'ਚ ਵੀ ਲਹਿਰ ਇੱਦਾਂ ਚੱਲਦੀ ਸੀ ਪਰ ਅੰਮ੍ਰਿਤਸਰ ਉਹਦਾ ਕੇਂਦਰ ਸੀ ਜੀ। ਡਾਕਟਰ ਸਤਪਾਲ ਤੇ ਡਾਕਟਰ ਕਿਚਲੂ, ਇਹਨਾਂ ਨੂੰ ਉਹਨਾਂ ਗੱਲਬਾਤ ਲਈ ਸੱਦਿਆ ਵੀ ਇਹਨੂੰ ਰੌਲੇ ਨੂੰ ਕਿਸ ਤਰ੍ਹਾਂ ਮੁਕਾ ਲਈਏ। ਜਿਸ ਵੇਲੇ ਉਹਦੇ ਉੱਥੇ ਗੱਲਬਾਤ ਕਰਨ ਗਿਆ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਹੋਰ ਭੜਕਾਹਟ ਹੋ ਗਈ। ਗ੍ਰਿਫਤਾਰ ਕਰਕੇ ਉਹਨਾਂ ਨੂੰ ਉੱਥੇ ਨਹੀਂ ਰੱਖਿਆ, ਉਹਨਾਂ ਨੂੰ ਧਰਮਸ਼ਾਲਾ ਭੇਜਤਾ। ਅੱਛਾ। ਜਿਸ ਵੇਲੇ ਖਬਰ ਆ ਉੱਥੇ ਸ਼ਹਿਰ 'ਚ ਅੱਗ ਵਾਂਗ ਫੈਲ ਗਈ ਵੀ ਸਾਡੇ ਬੜੇ ਉਹਨਾਂ ਦੇ ਪ੍ਰਵਾਨਿਤ ਬੜੇ ਪਿਆਰੇ ਲੀਡਰ ਸੀ, ਹਰਮਨ ਪਿਆਰੇ ਸੀ। ਜਦੋਂ ਉਹ ਅੱਗ ਵਾਂਗ ਫੈਲ ਗਈ ਤਾਂ ਲੋਕ ਆਮ ਮੁਹਾਰੇ ਉੱਠ ਕੇ ਨਾ ਜਿਹੜੀਆਂ ਸਰਕਾਰੀ ਜਿਹੜੇ ਆਫਿਸ ਸੀ ਉਧਰ ਨੂੰ ਤੁਰ ਪਏ। ਅੱਛਾ। ਉਹ ਤੁਰਨ 'ਚ ਜਦੋਂ ਮੋਹਰੇ ਫੌਜੀ ਚੌਕੀ ਲੱਗੀ ਸੀ ਉਹਨਾਂ ਨੂੰ ਰੋਕਿਆ। ਜਦੋਂ ਨਾ ਰੋਕੇ ਤਾਂ ਉਹਨੇ ਗੋਲੀ ਚਲਾਤੀ, ਉੱਥੇ ਕਈ ਬੰਦੇ ਸ਼ਹੀਦ ਹੋ ਗਏ। ਅੱਛਾ। ਉਹਦੇ ਨਾਲ ਫਿਰ ਲੋਕਾਂ 'ਚ ਗੁੱਸਾ ਹੋਰ ਭੜ ਗਿਆ। ਉਹਨੇ ਫਿਰ ਜਿਹੜੀਆਂ ਸਰਕਾਰੀ ਬਿਲਡਿੰਗਾਂ ਨੂੰ ਅੱਗ ਲਾਤੀ ਤੇ ਉਹਦੇ 'ਚ ਕਈ ਯੂਰਪੀਅਨ ਜਿਹੜੇ ਗੋਰੇ ਸੀ ਉਹ ਮਾਰੇ ਗਏ। ਇੱਕ ਲੇਡੀ ਸੀ ਚਰਚ ਦੀ, ਲੇਡੀ ਸ਼ੇਰਵੁੱਡ, ਉਹਦੀ ਵੀ ਖਿੱਚੋਤਾਣ ਹੋਈ। ਉਹ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਉਹ ਵੀ ਹੋ ਗਿਆ ਉਸ ਵੇਲੇ। ਜਦੋਂ ਆਮ ਮੁਹਾਰੀ ਭੀੜ ਹੋਈ ਪਤਾ ਨਹੀਂ ਲੱਗਦਾ ਮੌਬ ਨੂੰ ਕੌਣ ਕਵੇ। ਜਦੋਂ ਹਾਲਾਤ ਬੈਨੀਪਾਲ ਜੀ ਵਿਗੜ ਗਏ, ਫਿਰ ਇਹ ਜਿਹੜਾ ਹੈਗਾ ਆਪਣਾ ਓਡਵਾਇਰ ਲੈਫਟੀਨੈਂਟ ਗਵਰਨਰ, ਇਹਨ ਫਿਰ ਜਿਹੜਾ ਡਾਇਰ ਆ ਨਾ, ਇਹ ਬ੍ਰਿਗੇਡੀਅਰ ਸੀ। ਬ੍ਰਿਗੇਡੀਅਰ ਨੂੰ ਇਹਨੂੰ ਫਿਰ ਜਲੰਧਰੋਂ ਫਿਰ 2 ਦਿਨ ਪਹਿਲਾਂ ਫਿਰ ਭੇਜਿਆ। ਇਹਨ ਜਾ ਕੇ ਫਿਰ ਕਰਫਿਊ ਤਾਂ ਲੱਗਾ ਸੀ, ਇਹਨ ਜਾ ਕੇ ਹੋਰ ਫਿਰ, ਕਿਉਂਕਿ ਇਹ ਵੀ ਧੱਕੜਸ਼ਾਹ ਸੀ ਪੂਰਾ ਜ਼ਾਲਮ, ਇਹਨ ਜਾ ਕੇ ਲੋਕਾਂ ਨੂੰ ਬਹੁਤ ਤੰਗ ਕਰਕੇ ਤਾਂ ਉੱਥੇ ਫੌਜ ਨੇ ਹਥਿਆਰ ਲੈ ਕੇ ਮਾਰਚ ਕੀਤਾ ਤੇ 13 ਤਰੀਕ ਨੂੰ ਲੋਕਾਂ ਨੇ ਇੱਕ ਰੋਸ ਰੈਲੀ ਕੀਤੀ ਆ ਜਲਿਆਂਵਾਲੇ ਬਾਗ 'ਚ ਆਪਣੇ ਲੀਡਰਾਂ ਨੂੰ ਛਡਾਉਣ ਲਈ। ਅੱਛਾ, ਇਹ ਰੋਸ ਰੈਲੀ ਹੋ ਰਹੀ ਸੀ? ਰੋਸ ਰੈਲੀ ਸੀ। ਇਹ ਡਾਕਟਰ ਸਤਪਾਲ ਤੇ ਡਾਕਟਰ ਕਿਚਲੂ ਨੂੰ ਕਰਨ ਲਈ ਰੋਸ ਰੈਲੀ ਸੀ। ਉਹ ਨਿਹੱਥੇ ਲੋਕ ਸੀਗੇ, ਉਹਨਾਂ ਕੋਲ ਕੋਈ ਹਥਿਆਰ ਨਾ ਸੀ। ਇੱਕ ਸ਼ਾਂਤਮਈ ਮੁਜ਼ਾਹਰਾ ਸੀ। ਉਹ 'ਚ 20,000 ਲੋਕ ਕਹਿੰਦੇ ਵੀ ਇਕੱਠਾ ਹੋਇਆ ਸੀ। ਜਿਹੜੀ ਜਲਿਆਂਵਾਲੇ ਦੀ ਸਿਚੁਏਸ਼ਨ ਉਹ ਆਪਾਂ ਨੂੰ ਪਤਾ ਹੈ, ਬਾਗ ਦੀ ਉਹ 'ਚ ਇੱਕੋ ਰਾਹ ਸੀਗਾ ਛੋਟਾ ਜਿਹਾ, ਇੱਕੋ ਪਾਸੇ ਦੀ। ਉਹ ਅੱਜ ਵੀ ਹੈ ਜੀ। ਇਹ ਜਿਹੜਾ ਪੁੱਤਰ ਦੇਖਿਆ ਆਪਾਂ, ਜਿਹੜਾ ਇਹ ਡਾਇਰ ਆ, ਇਹਨ ਫਿਰ ਦੇਖੋ ਉਹਦੇ 'ਚ ਜਿਹੜੇ ਫੌਜੀ ਟੁਕੜੀ ਲੈ ਗਿਆ ਉਹ 'ਚ ਸਿੱਖ ਵੀ ਸੀਗੇ, ਹਿੰਦੂ ਵੀ ਸੀਗੇ ਤੇ ਗੋਰਖੇ ਸੀ। ਅੱਛਾ ਜੀ। 1650 ਰੌਂਦ ਨਹੀਂ ਲਿਜਾ ਕੇ ਅੰਦਰ ਚਲਾਇਆ। ਇਹ ਬਖਤਰਬੰਦ ਗੱਡੀ ਲੈ ਗਿਆ ਸੀ ਪਰ ਉਹਦੇ ਵਿੱਚ ਲੰਘ ਨਹੀਂ ਸੀ ਸਕਦੀ।
ਤਾਂ ਉਹਦੇ 'ਚ ਇਹਨੀ ਮਾੜੀ ਵਾਰਨਿੰਗ ਐਵੇਂ ਦੇ ਕੇ ਇੱਕਦਮ ਹੀ ਦੇ ਕੇ ਨਾ ਉਹ ਰਾਊਂਡ ਚਲਾ ਕੇ ਤਾਂ ਉਹ ਸਾਰੇ ਜਿਹੜੇ ਰਾਊਂਡ ਮੁੱਕ ਗਏ। ਥੋੜ੍ਹੇ ਜਿਹਾ ਰੱਖ ਲਏ ਆਪਣੀ ਸੇਫਟੀ ਲਈ ਵੀ ਜੇ ਅਸੀਂ ਬਾਹਰ ਨੂੰ ਜ਼ਰੂਰਤ ਨਿਕਲੇ, ਪਈ ਤਾਂ ਜੇ ਅਸੀਂ ਬਾਹਰ ਨੂੰ ਨਿਕਲੇ ਵੀ ਸਾਨੂੰ ਜੇ ਲੋਕ ਪੈ ਗਏ ਉਦੋਂ ਤਾਂ ਚਲਾਵਾਂਗੇ। ਉਦੋਂ ਕਰਾਂਗੇ। ਉਹ ਕਰਕੇ ਚੱਲ ਗਿਆ ਉੱਥੇ ਫੱਟੜ ਹੋ ਕੇ ਬੱਚੇ ਸਾਰੇ ਉਹਨਾਂ ਦੀ ਬੜੀ ਬੁਰੀ ਹਾਲਤ ਹੋਈ ਆ। ਹੁਣ ਇਹ ਆ ਵੀ ਜਿਹੜੀਆਂ ਹੁਣ ਡਾਕੂਮੈਂਟਸ ਬੜੇ ਆ ਰਹੇ ਆ ਜਿਹੜੇ ਇਹਨਾਂ ਸ਼ਤਾਬਦੀ ਦੇ ਮੌਕੇ, ਉਹ ਕਹਿੰਦੇ ਵੀ ਇਹਨਾਂ ਦੀ ਤਾਂ ਵੇਂਤ ਇਹ ਸੀਗੀ ਵੀ ਅੰਮ੍ਰਿਤਸਰ ਤੇ ਬੰਬਾਰਮੈਂਟ ਕੀਤੀ ਜਾਵੇ। ਅੱਛਾ, ਇਹਦਾ ਮਤਲਬ ਇਹ ਜਿਹੜੀਆਂ ਗੋਲੀਆਂ ਚੱਲੀਆਂ ਤਾਂ ਛੋਟੀ ਗੱਲ ਹੈ। ਇਹ ਛੋਟੀ ਗੱਲ, ਬੰਬਾਰਮੈਂਟ ਕੀਤੀ ਜਾਵੇ। ਪਰ ਡਿਪਟੀ ਕਮਿਸ਼ਨਰ ਅੜ ਗਿਆ, ਉਹ ਕਹਿੰਦਾ ਵੀ ਇਹ ਨਹੀਂ ਹੋ ਸਕਦਾ ਉਸ ਸਮੇਂ ਦੇ ਜਿਹੜੇ ਡੀਸੀ ਸੀ। ਹਾਂ। ਤੇ ਜਦੋਂ ਅਸੀਂ ਜਿਹੜੀ ਹੰਟਰ ਕਮਿਸ਼ਨ ਫਿਰ ਅੰਗਰੇਜ਼ਾਂ ਨੇ ਬਣਾਇਆ, ਹੰਟਰ ਕਮਿਸ਼ਨ ਬਣਾਈ, ਉਹ 'ਤੇ ਰਿਪੋਰਟਾਂ ਜਦੋਂ ਅਸੀਂ ਡਾਇਰ ਦੀ ਤੇ ਇਹਦੀਆਂ ਓਡਵਾਇਰ ਦੀਆਂ ਸਟੇਟਮੈਂਟਾਂ ਦੇਖਦੇ ਹਾਂ, ਇਹਨੀ ਹੁੱਬ ਕੇ ਕਿਹਾ, ਇਹਨੀ ਉਹਨੂੰ ਗਲਤੀ ਨਹੀਂ ਮੰਨੀ। ਅੱਛਾ, ਇਹਨੇ ਇਹ ਕਿਹਾ ਵੀ ਅੰਗਰੇਜ਼ੀ ਰਾਜ ਜ਼ੋਰ ਨਾਲ ਸਥਾਪਿਤ ਕੀਤਾ ਸੀ ਤੇ ਜ਼ੋਰ ਨਾਲ ਹੀ ਇਹ ਕਾਇਮ ਰੱਖਣਾ। ਅਸੀਂ ਜੋ ਕੀਤਾ ਜਾਇਜ਼ ਠਹਿਰਾਇਆ ਉਹਨੇ ਇਸ ਕੰਮ ਨੂੰ। ਤੇ ਉਹਦੇ ਲਈ ਸਾਰੀ ਦੁਨੀਆ 'ਚ ਹਾਹਾਕਾਰ ਮਚ ਗਈ ਤਾਂ ਲੋਕਾਂ ਦੇ ਵਿੱਚ ਗੁੱਸਾ ਹੋਣ ਕਰਕੇ ਅੱਜ ਦਾ ਆਪਾਂ ਪਹਿਲਾਂ ਗੱਲ ਕਰਕੇ ਆ, ਜਿਹੜੀ ਸਿੱਖ ਜਿਹੜੇ ਅਦਾਰੇ ਸੀਗੇ ਉਹ ਅੰਗਰੇਜ਼ਾਂ ਨੇ ਆਪਣੇ ਹੌਲੀ ਸਿੱਖਾਂ ਦੇ ਵਿੱਚ ਜਾਗਰਤੀ ਭਾਵਨਾ ਵੱਧ ਗਈ ਵੀ ਇਹ ਤਾਂ ਸਿਰੋਂ ਪਾ ਦਿੰਦੇ, ਨਹੀਂ ਤਾਂ ਲੋਕ ਉੱਥੇ ਕਤਲ ਕਰਤੇ ਹਜ਼ਾਰਾਂ। ਉਹਦੇ ਨਾਲ ਗੁਰਦੁਆਰਾ ਲਹਿਰ 'ਚ ਜਿਹੜੀ ਆ ਹਿੰਦੁਸਤਾਨ ਦੀ ਜਿਹੜੀ ਆਜ਼ਾਦੀ ਦੀ ਲਹਿਰ ਆ ਉਹਨੂੰ ਇੱਕ ਨਵਾਂ ਹੀ ਹੁਲਾਰਾ ਮਿਲਿਆ। ਜਿਹੜਾ ਮਹਾਤਮਾ ਗਾਂਧੀ ਅੰਗਰੇਜ਼ਾਂ ਦਾ ਭਗਤ ਸੀ ਪਹਿਲਾਂ, ਇਹ ਰੌਲਟ ਐਕਟ ਬਣਨ ਵੇਲੇ ਉਹ ਤੋਂ ਬਾਅਦ ਉਹਦਾ ਜਿਹੜਾ ਸੋਚਣੀ ਆ ਜਿਹੜੀ ਉਹਦੀ ਚੇਂਜ ਹੋ ਗਈ ਅੰਗਰੇਜ਼ਾਂ ਦੇ ਖਿਲਾਫ। ਉਹ ਭਗਤ ਤੋਂ ਗਾਹਾਂ ਉਹਦੀ ਆਪਣੀ ਕਿਸਮ ਦਾ ਰੈਬਲ ਬਣ ਗਿਆ। ਤੇ ਉਹਦੇ ਨਾਲ ਲੋਕਾਂ ਦੇ ਵਿੱਚ ਜਿਹੜੀ ਜਾਗਰਤੀ ਆਈ ਹੈ ਨਾ। ਪਰ ਹੁਣ ਇਹ ਆ ਵੀ ਜਿਹੜਾ ਜੱਲਿਆਂਵਾਲਾ ਬਾਗ ਆ, ਜੱਲਿਆਂਵਾਲੇ ਬਾਗ ਨੇ ਹਿੰਦੁਸਤਾਨ ਦੀ ਜਿਹੜੀ ਆਜ਼ਾਦੀ ਦੀ ਲਹਿਰ ਆ ਉਹਨੂੰ ਇੱਕ ਐਸਾ ਮੋੜਾ ਦਿੱਤਾ ਵੀ ਇੱਕ ਉਹ ਸਿੰਬਲ ਬਣ ਗਿਆ ਆਜ਼ਾਦੀ ਦੇ। ਲੋਕ ਉੱਥੇ ਆ ਕੇ ਦੇਖ ਕੇ ਉੱਥੋਂ ਕਸਮਾਂ ਖਾ ਕੇ ਜਾਂਦੇ ਸੀ ਵੀ ਆਹ ਜਿਹੜੇ ਅੰਗਰੇਜ਼ਾਂ ਨੇ ਸਾਡੇ ਜਿਹੜੇ ਲੋਕ ਜਿਹੜੇ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਕਹਿਣ ਲਈ ਆਏ ਸੀ ਵੀ ਸਾਡੇ ਜਿਹੜੇ ਲੀਡਰ ਉਹਨਾਂ ਨੂੰ ਛੱਡੋ, ਉਹ ਕੋਈ ਨਸੀ ਕਰਨਾ ਹੈ ਵੀ ਕੋਈ ਸਾੜ ਫੂਕ ਕਰਨ ਤੇ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਸੀ। ਉਹਦੇ ਨਾਲ ਸਾਰਾ ਹੀ ਜਿਹੜਾ ਫਾਰਮੈਟ ਆ ਉਹ ਚੇਂਜ ਹੋ ਗਿਆ। ਇਹਨਾਂ ਨੂੰ ਕਾਂਗਰਸ ਨੂੰ ਵੀ ਚੇਂਜ ਕਰਨਾ ਪਿਆ। ਹੁਣ ਇਹਦੇ 'ਚ ਆਪਾਂ ਇਹ 'ਚ ਰਵਿੰਦਰਨਾਥ ਟੈਗੋਰ ਦਾ ਸਾਰਿਆਂ ਨੇ ਨਾਂ ਸੁਣਿਆ, ਬੜਾ ਹੀ ਫੇਮਸ ਪਰਸਨੈਲਿਟੀ ਸੀ। ਉਹਨੂੰ ਪੁਰਸਕਾਰ ਮਿਲਿਆ ਸੀ ਅੰਗਰੇਜ਼ਾਂ ਵੱਲੋਂ, ਨਾਈਟਹੁੱਡ ਦੀ ਉਪਾਧੀ ਮਿਲੀ ਸੀ। ਉਸੇ ਵੇਲੇ ਹੀ ਛੇਤੀ ਉਹ ਉਪਾਧੀ ਮੋੜਤੀ। ਬੜੇ ਸਖਤ ਲਹਿਜੇ 'ਚ ਉਹਨੇ ਚਿੱਠੀ ਲਿਖੀ ਵੀ ਇਹ ਜਿਹੜੇ ਪੁਰਸਕਾਰ ਆ ਵੀ ਮੇਰੇ ਲਈ ਕੁਛ ਨਹੀਂ ਕਹਾਂਦੇ, ਮੈਂ ਆਪਣੇ ਲੋਕਾਂ ਦੇ ਨਾਲ ਹੀ ਚੱਲਣਾ ਚਾਹੁੰਦਾ ਵੀ ਤੁਸੀਂ ਆਪਣਾ ਪਲੀਜ਼ ਲੈ ਲਓ। ਹੁਣ ਮਹਾਤਮਾ ਗਾਂਧੀ ਨੂੰ ਵੀ ਮਿਲਿਆ ਸੀ, ਉਹਨੇ ਮੋੜਿਆ ਜੀ। ਅੰਗਰੇਜ਼ਾਂ ਨੇ ਮੈਡਲ ਦਿੱਤਾ ਸੀ। ਮਹਾਤਮਾ ਗਾਂਧੀ ਜਾ ਕੇ 1920 'ਚ ਅਗਸਤ ਨੂੰ ਮੋੜ ਲਿਆ। ਅੱਛਾ, ਇਹ 1919 ਤੇ ਅਪ੍ਰੈਲ ਮਹੀਨੇ 13 ਤਰੀਕ ਨੂੰ ਘਟਨਾ ਵਾਪਰਦੀ। ਹਾਂ, ਤੋਂ ਅਗਲਾ ਸਾਲ ਵੀ ਲੰਘ ਚੁੱਕਾ ਹੈ ਤੇ ਅਗਸਤ 'ਚ ਜਾ ਕੇ ਉਹ ਲਗਭਗ 1.5 ਸਾਲ ਬਾਅਦ ਉਹ ਮੋੜਦੇ ਆ ਮਹਾਤਮਾ ਜੀ। ਤੇ ਇਸ ਕਰਕੇ ਇਹ ਜਿਹੜਾ ਉੱਥੇ ਮਨੁੱਖਤਾ ਦਾ ਘਾਣ ਹੋਇਆ, ਇਹ ਇੱਕ ਮੈਨੂੰ ਲੱਗਦਾ ਵੀ ਜਿਹੜੇ ਹਿੰਦੁਸਤਾਨ ਦੇ ਲੋਕ ਆ, ਦੇਸ਼ ਪ੍ਰੇਮੀ ਆ, ਜਿੱਦਾਂ ਅਸੀਂ ਬਾਹਰ ਵੀ ਆ, ਸਾਡੇ ਮਨਾਂ ਦੇ ਵਿੱਚ ਉਹ ਇੱਦਾਂ ਉਕਰਿਆ ਵੀ ਉਹਦੇ ਸਾਨੂੰ ਉਸੇ ਵੇਲੇ ਜਿਹੜਾ ਬ੍ਰਿਟਿਸ਼ ਰਾਜ ਆ ਉਹਦਾ ਜਿਹੜਾ ਦਰਿੰਦਗੀ ਵਾਲਾ ਜਹਲਪੁਣੇ ਵਾਲਾ ਉਹ ਸਾਡੇ ਮਨਾਂ 'ਚ ਉਹਨਾਂ ਦੇ ਖਿਲਾਫ ਇੱਕਦਮ ਉਹ ਜਿਹੜੀ ਪਿਕਚਰ ਹੈ ਉਹ ਸਾਹਮਣੇ ਆ ਜਾਂਦੀ ਆ। ਹਰੇਕ ਜਿਹੜਾ ਇੱਥੋਂ ਜਾਂਦਾ ਬਾਹਰੋਂ ਜਿਹਨੂੰ ਜਾਣਕਾਰੀ ਆ ਹਿਸਟਰੀ ਦੀ ਜਾਂ ਜਿਹੜਾ ਸੁਹਿਰਦ ਆ ਉਸ ਲਹਿਰ ਲਈ, ਉਹ ਜ਼ਰੂਰ ਉੱਥੇ ਦਰਬਾਰ ਸਾਹਿਬ ਜੋ ਜਾਂਦੇ ਤਾਂ ਨਾਲ ਉੱਥੇ ਵੀ ਜਾਂਦੇ, ਨੇੜੇ ਹੀ ਆ ਉਹਦੇ, ਬਹੁਤਾ ਦੂਰ ਨਹੀਂ ਹੈਗਾ। ਹੁਣ ਅਸੀਂ ਜਦੋਂ ਦੇਖਦੇ ਹਾਂ ਵੀ ਅੱਜ ਜਿਹੜੀ ਇਹ ਸ਼ਤਾਬਦੀ ਲਈ ਇੰਗਲੈਂਡ 'ਚ ਜਿਸ ਢੰਗ ਨਾਲ ਉੱਥੇ ਦੀਆਂ ਜਥੇਬੰਦੀਆਂ ਨੇ ਰਲ ਕੇ ਉੱਥੇ ਦੀ ਜਿਹੜੀ ਬ੍ਰਿਟਿਸ਼ ਸਰਕਾਰ ਆ ਉਹ 'ਤੇ ਜਿਸ ਢੰਗ ਨਾਲ ਪ੍ਰੈਸ਼ਰ ਉਹ ਨਹੀਂ ਪਾਇਆ, ਉਹਦੇ 'ਚ ਉਹਨੇ ਰਿਗਰੈਟ ਕੀਤਾ। ਇਹ ਕਿਹਾ ਵੀ ਬੜਾ ਸ਼ੇਮਫੁਲ ਕੰਮ ਸੀਗਾ, ਬੜਾ ਫਲਾਨਾ ਧਮਕੜਾ। ਪਰ ਉਹਨੇ ਜਿਹੜੀ ਮੰਗ ਸੀ ਉਸ ਕਮਿਊਨਿਟੀ ਦੀ ਜਾਂ ਸਾਰੀ ਦੁਨੀਆ 'ਚ ਹਿੰਦੁਸਤਾਨੀ ਜਿੱਥੇ ਰਹਿੰਦੇ ਜਾਂ ਭਾਰਤ 'ਚ ਰਹਿੰਦੇ ਆ, ਉਹ ਜਿਹੜੀ
ਬੇਟੋਕ ਜਿਹੜੀ ਮਾਫੀ ਮੰਗੀ ਆ ਉਹ ਨਹੀਂ ਉਹਨੇ ਉੱਥੇ ਮੰਗ ਮੁਆਫੀ ਦੀ ਸੀ। ਉੱਥੇ ਹਲੇ ਗੱਲ ਨਹੀਂ ਗਈ, ਪਰ ਉਹ ਜਿਹੜੀ ਪਹਿਲਾਂ ਜਾ ਕੇ ਜਿੱਥੇ ਕੈਮਰਨ ਗਿਆ ਜਾਂ ਟੋਨੀ ਬਲੇਅਰ ਗਿਆ ਜਾਂ ਰਾਣੀ ਗਈ, ਉੱਥੇ ਜਿਹੜਾ ਉਹਨੇ ਲਿਖਿਆ ਉਹਦੇ ਨਾਲ ਥੋੜ੍ਹੀ ਜਿਹੀ ਗੱਲ ਗਾਂ ਵਧੀ ਆ, ਪਰ ਉਸ ਢੰਗ ਨਾਲ ਨਹੀਂ ਵਧੀ। ਉੱਥੇ ਦਾ ਜਿਹੜਾ ਲੇਬਰ ਪਾਰਟੀ ਦਾ ਲੀਡਰ ਆ ਕੋਰਬਨ, ਉਹਨੂੰ ਸਿੱਧੇ ਲਫ਼ਜ਼ਾਂ 'ਚ ਕਿਹਾ ਵੀ ਬਿਲਕੁਲ ਇਹਦੀ ਮਾਫੀ ਮੰਗਣੀ ਚਾਹੀਦੀ ਹੈ। ਜਦੋਂ ਪਾਰਲੀਮੈਂਟ 'ਚ ਵੀ ਡਿਬੇਟ ਹੋਈ ਆ, ਉਹ 'ਚ ਪਾਰਟੀ ਲਾਈਨ ਛੱਡ ਕੇ ਬਹੁਤ ਸਾਰਿਆਂ ਨੇ ਮੰਗ ਕੀਤੀ ਆ, ਪਰ ਜਿਹੜੀ ਉੱਥੇ ਦੀ ਪ੍ਰਾਈਮ ਮਿਨਿਸਟਰ ਹੈ ਉਹਨੂੰ ਉਹ ਜਿਹੜੀ ਸਹੀ ਮਾਇਨਿਆਂ 'ਚ ਜਿਹੜੀ ਅਸਲੀ ਮਾਫੀ ਮੰਗਣੀ ਚਾਹੀਦੀ ਅਨਕੇਵਲ ਉਹ ਨਹੀਂ ਉਹਨੇ ਹਲੇ ਮੁਆਫੀ ਨਹੀਂ ਮੰਨੀ। ਪਰ ਸਾਨੂੰ ਇੱਥੇ ਵੀ ਜਾਂ ਦੁਨੀਆ ਦੇ ਹੋਰ ਹਿੱਸਿਆਂ 'ਚ ਵੀ ਜਿੱਥੇ ਅਸੀਂ ਰਹਿੰਦੇ ਹਾਂ ਜਾਂ ਹਿੰਦੁਸਤਾਨ ਜਿਹੜੇ ਲੋਕ ਰਹਿੰਦੇ ਆ, ਸਾਨੂੰ ਇਸ ਮੰਗ ਤੇ ਡਟੇ ਰਹਿਣਾ ਚਾਹੀਦਾ। ਸੰਗਤ ਸਾਹਿਬ, ਆਪਾਂ ਇਹ ਗੱਲਬਾਤ ਜਾਰੀ ਰੱਖਾਂਗੇ। ਸਮਾਂ ਫਿਰ ਤੋਂ ਬ੍ਰੇਕ ਦਾ। ਅਸੀਂ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਕਰ ਰਹੇ ਹਾਂ ਸਾਡਾ ਅੱਜ ਦਾ ਪ੍ਰੋਗਰਾਮ। ਅਸੀਂ ਵਾਪਸ ਆਏ। ਪ੍ਰਾਈਮ ਏਸ਼ੀਆ ਟੀਵੀ ਦੀ ਮੋਬਾਈਲ ਐਪ ਡਾਊਨਲੋਡ ਕਰੋ ਤੇ $2000 ਜਿੱਤਣ ਦਾ ਮੌਕਾ ਪਾਓ। ਸਿਰਫ ਸਾਈਨ ਅਪ ਤੇ ਕਲਿੱਕ ਕਰਕੇ ਇੱਕ ਸਿੰਪਲ ਜੁਆਇਨਿੰਗ ਫਾਰਮ ਭਰ ਕੇ ਤੁਸੀਂ ਮੈਂਬਰ ਆਈਡੀ ਜਨਰੇਟ ਕਰ ਸਕਦੇ ਹੋ, ਜਿਸ ਨਾਲ ਤੁਸੀਂ ਐਲੀਜੀਬਲ ਹੋ ਜਾਓਗੇ $2000 ਕੈਸ਼ ਜਿੱਤਣ ਲਈ। ਇਸ ਕੰਟੈਸਟ ਲਈ ਸ਼ਰਤ ਇਹ ਵੀ ਹੈ ਕਿ ਪ੍ਰਾਈਮ ਏਸ਼ੀਆ ਟੀਵੀ ਦਾ YouTube ਚੈਨਲ ਸਬਸਕ੍ਰਾਈਬ ਕਰਨਾ ਜਾਂ Facebook ਪੇਜ ਲਾਈਕ ਕਰਨਾ ਜ਼ਰੂਰੀ ਹੈ। ਤੇ ਜੇਕਰ ਤੁਹਾਡੇ ਦੁਆਰਾ ਰੈਫਰ ਕੀਤਾ ਕੋਈ ਹੋਰ ਮੈਂਬਰ ਇਨਾਮ ਜਿੱਤਦਾ ਹੈ ਤਾਂ ਉਸ ਦੇ ਇਨਾਮ ਚੋਂ ਅੱਧਾ ਇਨਾਮ ਤੁਹਾਡਾ ਹੋਏਗਾ। ਤੇ ਹੁਣ ਦੇਖਦੇ ਕੀ ਹੋ, ਕਰ ਦਿਓ ਸ਼ੁਰੂ ਸ਼ੇਅਰ ਕਰਨਾ। ਫॉर मोर इन्फो विजिट primeasiatv.com। ਦੋਸਤੋ, ਇੱਕ ਵਾਰੀ ਫਿਰ ਜੀ ਆਇਆਂ ਨੂੰ। ਸੰਗਾ ਸਾਹਿਬ, ਜੇਕਰ ਆਪਾਂ ਗੱਲਬਾਤ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਕਰ ਰਹੇ ਹੋਈਏ, ਸ਼ਹੀਦ ਊਧਮ ਸਿੰਘ ਸੁਨਾਮ ਦਾ ਇੱਥੇ ਜ਼ਿਕਰ ਨਾ ਹੋਵੇ, ਉਹਨਾਂ ਦੀ ਸ਼ਹਾਦਤ ਦਾ ਜ਼ਿਕਰ ਨਾ ਹੋਵੇ, ਮੇਰੇ ਖਿਆਲ ਦੇ ਵਿੱਚ ਪ੍ਰੋਗਰਾਮ ਅਧੂਰਾ ਰਹੇਗਾ। ਕੀ ਇਸ ਤੇ ਵੇਰਵੇ ਇਸ ਤਰ੍ਹਾਂ ਮਿਲਦੇ ਆ ਕਿ ਜਿਸ ਵਕਤ ਇਹ ਵਾਕਿਆ ਵਾਪਰਦਾ ਉਸ ਵਕਤ ਉਹ ਬਾਲ ਉਮਰੇ ਛੋਟੇ ਸੀ, ਕਿ ਉਹ ਉੱਥੇ ਮੌਜੂਦ ਸੀ ਜਾਂ ਬਾਅਦ 'ਚ ਜਾਂਦੇ ਆ ਜੀ ਉੱਥੇ? ਉਸ ਵੇਲੇ ਦੇਖੋ, ਉਹਦੇ ਲਈ ਕਈ ਰਾਵਾਂ ਆ ਆਪਣੇ। ਕਈ ਲੋਕ ਤਾਂ ਕਹਿੰਦੇ ਵੀ ਉੱਥੇ ਸੀਗੇ। ਉਹ ਜਦੋਂ ਉਹਦੀ ਆਪਣੀ ਸਟੇਟਮੈਂਟ ਜਦੋਂ ਦਿੰਦਾ ਕੋਰਟ 'ਚ, ਉਹ ਕਹਿੰਦਾ ਵੀ ਮੈਂ ਉੱਥੇ ਨਹੀਂ ਸੀ। ਅੱਛਾ। ਤੇ ਉਹ ਚਲੋ ਉਸ ਅਸੀਂ ਬਾਅਦ 'ਚ ਨਹੀਂ ਮੰਨਦੇ, ਮੰਨਤ ਲੋਕਾਂ ਦੀ ਬਣ ਗਈ। ਕੋਈ ਕਹਿੰਦਾ ਵੀ ਉਹ ਪਾਣੀ ਪਿਲਾਉਣ ਦੀ ਡਿਊਟੀ ਲੱਗੀ ਸੀ, ਉਹ ਮਿੱਟੀ ਲੈ ਆਇਆ ਜੀ ਉੱਥੋਂ, ਮਿੱਟੀ ਲੈ ਕੇ ਆਇਆ ਜਾਂ ਕਿੱਦਾਂ ਉਹਦੇ ਲਈ। ਪਰ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਆ ਵੀ ਉਹਦਾ ਦੇਖੋ, ਜਿਹੜਾ ਊਧਮ ਸਿੰਘ ਆ, ਮੈਂ ਉਹਨੂੰ ਅਮਰ ਸ਼ਹੀਦ ਊਧਮ ਸਿੰਘ ਆ, ਉਹਦੀ ਜਿਹੜੀ ਜ਼ਿੰਦਗੀ ਦੇ ਕਈ ਪੱਖ ਆ ਜਿਨ੍ਹਾਂ ਬਾਰੇ ਹਰੇ ਲੋਕਾਂ ਨੂੰ ਉਹ ਪੂਰੀ ਜਾਣਕਾਰੀ ਨਹੀਂ ਮਿਲੀ। ਉਹ ਗਦਰ ਪਾਰਟੀ 'ਚ ਵੀ ਸਰਗਰਮ ਰਿਹਾ, ਇੱਥੇ ਕੈਲੀਫੋਰਨੀਆ 'ਚ ਰਹੇ ਆ। ਉਹਨਾਂ ਦੀ ਆਪਣੀ ਇੱਥੇ ਪਰਿਵਾਰ ਵੀ ਸੀਗਾ। ਜਦੋਂ ਭਗਤ ਸਿੰਘ ਦੀ ਉਹ ਲਹਿਰ ਚੱਲਦੀ ਸੀ, ਉਹਦੇ 'ਚ ਵੀ ਉਹ ਸ਼ਾਮਲ ਹੋਇਆ। ਇਹ ਜਿਹੜਾ ਔਡਵਾਇਰ ਨੂੰ ਹੁਣ ਕਈ ਵਾਰੀ ਮਿਕਸ ਹੋ ਜਾਂਦਾ, ਡਾਇਰ ਤੇ ਔਡਵਾਇਰ ਦੇ ਵਿੱਚ। ਨਹੀਂ, ਜਿਹੜਾ ਡਾਇਰ ਹੈ ਉਹਦਾ ਆਪਣੀ ਬਿਮਾਰੀ ਨਾਲ ਆਪੇ ਮਰ ਗਿਆ ਸੀਗਾ, ਮਰ ਚੁੱਕਾ ਸੀ। ਤੇ ਔਡਵਾਇਰ ਜਿਹੜਾ ਨਾ, ਇਹ ਸਰ ਮਾਈਕਲ ਔਡਵਾਇਰ, ਔਡਵਾਇਰ ਜਿਹੜਾ ਇਹ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ ਜਿਸ ਵੇਲੇ ਇਹ ਸਾਕਾ ਹੋਇਆ। ਉਹ ਇਸੇ ਦਿਨ 13 ਅਪ੍ਰੈਲ 1940 ਨੂੰ ਜਿਹੜਾ ਕ੍ਰੈਕਸਟਨ ਹਾਲ ਆ ਲੰਡਨ ਦੇ ਵਿੱਚ, ਉੱਥੇ ਉਹ ਇੱਕ ਸਭਾ 'ਚ ਬੜੇ ਦਮਗਜੇ ਉਹਨੂੰ ਮਾਰੇ। ਉੱਥੇ ਫਿਰ ਊਧਮ ਸਿੰਘ ਨੇ ਬੜੀ ਮਿਹਨਤ ਕੀਤੀ ਆ, ਬਹੁਤ ਮਹੀਨੇ ਉੱਥੇ ਜਾਣ ਲਈ, ਕਿਉਂਕਿ ਇੱਦਾਂ ਦੀ ਸਿਕਿਉਰਿਟੀ ਦੇ ਵਿੱਚ ਜਾਣਾ ਕਿਹੜਾ ਸੌਖਾ ਜੀ। ਤੇ ਜਾ ਕੇ ਉਹਨ ਜਿਹੜਾ ਚੈਪਟਰ ਕਲੋਜ਼ ਕੀਤਾ, ਉਹ ਇੱਕ ਬੜੀ ਮਹਾਨ ਇੱਕ ਹਿਸਟੋਰੀਕਲ ਘਟਨਾ ਹੈ। ਅਣਖ ਤੇ ਇੱਜ਼ਤ ਦਾ ਪਹਿਰੇਦਾਰ ਆ ਸ਼ਹੀਦ ਊਧਮ ਸਿੰਘ। ਲਾਸਾਨੀ ਕੁਰਬਾਨੀ ਵੀ ਹੈ, ਜਿਹੜੀ ਮੇਰੇ ਖਿਆਲ ਦੇ ਵਿੱਚ ਜੇਕਰ ਅਣਖ ਤੇ ਇੱਜ਼ਤ ਦੇ ਬਾਬਤ ਪੜ੍ਹਨਾ ਹੋਵੇ ਕਿ ਡਿੱਗੀ ਹੋਈ ਪੱਗ, ਢੱਠੀ ਹੋਈ ਪੱਗ ਦੁਬਾਰਾ ਸਿਰ ਤੇ ਚੁੱਕ ਕੇ ਰੱਖ ਦਿੱਤੀ। 1919 ਤੋਂ ਲੈ ਕੇ 1940 ਤੱਕ ਦੇਖੋ ਵੀ ਕਿਵੇਂ ਖੂਨ ਖੌਲਦਾ ਰਿਹਾ ਹੋਣਾ ਉਸ ਨੌਜਵਾਨ ਦਾ। ਬੜਾ ਉਹ ਪਤਾ ਲੱਗਦਾ ਵੀ ਬੜਾ ਡਿਟਰਮਿੰਡ ਪਰਸਨ ਸੀਗਾ ਵੀ ਉਹਦੇ। ਮੈਂ ਤਾਂ ਹੀ ਕਹਿੰਦਾ ਵੀ ਉਹਦੇ ਬਾਰੇ ਹਲੇ ਜਿਹੜੀਆਂ ਗੱਲਾਂ ਨਾ ਉਹ ਸਾਹਮਣੇ ਨਹੀਂ ਆਈਆਂ। ਉਹ ਬੜਾ ਹੀ ਡੈਡੀਕੇਟਡ ਦੇਸ਼ ਭਗਤ ਸੀ ਤੇ ਬੜਾ ਡਿਟਰਮਿੰਡ ਸੀ। ਤੇ ਜਾ ਕੇ ਨਾਮ ਵੀ ਉਹਨੂੰ ਆਪਣੇ ਇੱਦਾਂ ਨਹੀਂ ਰੱਖਿਆ ਵੀ ਇੱਕ ਫਿਰਕੇ ਦਾ ਉੱਤੇ ਹੈ, ਫਿਰਕਿਆਂ ਨੂੰ ਜੋੜ ਕੇ ਰੱਖਿਆ ਸੀ। ਬੜਾ ਸੈਕੂਲਰ ਪਰਸਨ ਸੀ, ਕੋਈ ਜਾਤ ਪਾਤ ਵਾਲੀ ਕੋਈ ਗੱਲ ਨਹੀਂ। ਉਹਦਾ ਜੇ ਅਸੀਂ ਉਹਦੇ ਬਾਰੇ ਵਰਣਨ ਨਹੀਂ ਨਾ ਕਰਦੇ ਤਾਂ ਫਿਰ ਅਸੀਂ ਜਿਹੜਾ ਜਲਿਆਂਵਾਲੇ ਬਾਗ ਤੋਂ ਬਾਅਦ ਦਾ ਜਿਹੜਾ ਚੈਪਟਰ ਹੈ ਉਹ ਫਿਰ ਪੂਰਾ ਨਹੀਂ ਹੁੰਦਾ। ਇਸ ਕਰਕੇ ਮੈਂ ਸਮਝਦਾ ਵੀ ਅੱਜ ਦੇ ਦਿਨ ਸਾਨੂੰ ਸਾਰੇ ਲੋਕਾਂ ਨੂੰ ਮਹਾਨ ਸ਼ਹੀਦ ਊਧਮ ਸਿੰਘ ਦੀ ਜਿਹੜੀ ਕੁਰਬਾਨੀ ਆ ਉਹਨੂੰ ਬਿਲਕੁਲ ਯਾਦ ਰੱਖਣਾ ਚਾਹੀਦਾ। ਔਰ ਜਿਸ ਕੰਮ ਲਈ ਉਹਨੂੰ ਕੁਰਬਾਨੀ ਕੀਤੀ ਆ ਉਹ ਬੜੀ ਇੱਕ ਮਾਰਕੇ ਵਾਲੀ ਗੱਲ ਸੀਗੀ।
ਤੇ ਊਧਮ ਸਿੰਘ ਦਾ ਊਧਮ ਸਿੰਘ ਸ਼ਹੀਦ ਜਿਹੜਾ ਅਮਰ ਸ਼ਹੀਦ। ਅੱਛਾ, ਮੈਨੂੰ ਇਹ ਦੱਸਿਓ, ਉਹ ਉਸ ਚੀਜ਼ ਦਾ ਬਦਲਾ ਲੈ ਲੈਂਦੇ ਆ, ਭਾਵੇਂ 20-21 ਵਰੇ ਉਹਨਾਂ ਨੂੰ ਲੱਗਦੇ ਆ, 2 ਦਹਾਕਿਆਂ ਤੋਂ ਵੱਧ ਦਾ ਸਮਾਂ ਉਹਨਾਂ ਨੂੰ ਲੱਗਦਾ। ਅੱਛਾ, ਮੈਨੂੰ ਹੁਣ ਦੱਸਿਓ, ਤੁਸੀਂ ਦੱਸ ਰਹੇ ਹੋ ਕਿ ਬਰਤਾਨੀਆ ਦੀ ਪਾਰਲੀਮੈਂਟ ਦੇ ਵਿੱਚ ਮੁਆਫੀ ਦੀ ਮੰਗ ਤਾਂ ਸੀ, ਪ੍ਰੈਸ਼ਰ ਤਾਂ ਸੀ, ਪਰ ਮੰਗੀ ਨਹੀਂ ਗਈ। ਕੀ ਭਾਰਤ ਦੀ ਪਾਰਲੀਮੈਂਟ ਨੇ ਕਦੇ ਇਸ ਤਰ੍ਹਾਂ ਦਾ ਮਤਾ ਪਾਸ ਜਾਂ ਪੇਸ਼ ਕੀਤਾ ਜੀ? ਦੇਖੋ ਬੈਨੀਪਾਲ ਜੀ, ਇਹ ਬੜੀ ਅਫਸੋਸ ਦੀ ਗੱਲ ਹੈ ਔਰ ਸ਼ਰਮ ਵਾਲੀ ਗੱਲ ਵੀ ਆ ਜੀ। ਐਡਾ ਬੜਾ ਸਾਕਾ ਹੋਇਆ ਹੋਵੇ, ਇਹਦੀ ਸ਼ਤਾਬਦੀ ਆਈ ਹੋਵੇ, ਤਾਂ ਜਿਹੜੀ ਭਾਰਤ ਦੀ ਪਾਰਲੀਮੈਂਟ ਆ ਉਹਦੇ 'ਚ ਇਹਦੇ ਬਾਰੇ ਕੋਈ ਮਤਾ ਹੀ ਨਹੀਂ ਪਾਸ ਕੀਤਾ ਗਿਆ। ਚਾਹੀਦਾ ਤਾਂ ਇਹ ਸੀ ਵੀ ਇਹ ਮਤਾ ਪਾਸ ਕਰਕੇ ਉਹਨਾਂ ਦੀ ਜਿਹੜੀ ਫਿਰਕੂ ਸਦਭਾਵਨਾ ਦੀ ਜਿਹੜੀ ਉਹਨੇ ਸਪਿਰਿਟ ਦਿੱਤੀ ਸੀ, ਲੋਕਾਂ ਨੇ ਸਾਂਝਾ ਖੂਨ ਡੋਲ ਕੇ ਜੀ ਅੰਗਰੇਜ਼ੀ ਸਾਮਰਾਜ ਦੇ ਖਿਲਾਫ ਡਟੇ ਸਕੇ, ਉਹਦੇ ਲਈ ਮਤਾ ਪਾਸ ਕਰਕੇ ਅੰਗਰੇਜ਼ਾਂ ਜਿਹੜੀ ਬ੍ਰਿਟਿਸ਼ ਪਾਰਲੀਮੈਂਟ 'ਚ ਇਹਨਾਂ ਤੋਂ ਮੰਗ ਕੀਤੀ ਜਾਂਦੀ ਸਰਕਾਰ ਤੋਂ ਵੀ ਤੁਸੀਂ ਇਹਦੀ ਬੇਟੋਕ ਮਾਫੀ ਮੰਗੋ ਔਰ ਇਹਦੇ ਲਈ ਇਹ ਜਿਹੜਾ ਦਿਨ ਆ ਇਹਨੂੰ ਮਨਾਓ। ਤੇ ਹਿੰਦੁਸਤਾਨ ਦੀ ਸਰਕਾਰ ਨੇ ਕੋਈ ਸ਼ਤਾਬਦੀ ਮਨਾਉਣ ਲਈ ਖਾਸ ਪ੍ਰੋਗਰਾਮ ਵੱਡੇ ਕੋਈ ਪੈਸਾ ਨਹੀਂ, ਕੁਛ ਨਹੀਂ ਸਮਾਗਮ ਹੋਇਆ। ਸਮਾਗਮ ਉੱਥੇ ਜਾ ਕੇ ਜਲਿਆਂਵਾਲੇ ਬਾਗ ਜਿਹੜਾ ਹੈਗਾ ਉਪ ਰਾਸ਼ਟਰਪਤੀ ਹੋ ਗਿਆ, ਕੈਪਟਨ ਨੇ ਆਪਣਾ ਕਰ ਲਿਆ, ਉਹਨੇ ਆਪਣਾ ਕਰ ਲਿਆ ਉਹ ਉੱਥੇ। ਪਰ ਜਿਹੜੇ ਪ੍ਰਗਤੀਸ਼ੀਲ ਲੋਕ ਆ ਜਾਂ ਜਿਹੜੀਆਂ ਜਥੇਬੰਦੀਆਂ, ਉਹਨੇ ਉੱਥੇ ਬਥੇਰਾ ਕੀਤਾ। ਉਹਨੇ ਸ਼ਹਿਰ 'ਚ ਉਹਨੇ ਜਲੂਸ ਵੀ ਕੱਢੇ, ਮੁਜ਼ਾਹਰਾ ਵੀ ਕੀਤਾ ਤੇ ਉੱਥੇ ਵੀ ਕੀਤਾ ਜਿੱਥੇ ਜਿੱਥੇ ਦੇਸ਼ ਪ੍ਰੇਮੀ ਲੋਕ ਆ, ਉਹਨੇ ਸਾਰਿਆਂ ਨੇ ਫੰਕਸ਼ਨ ਕੀਤੇ ਆ। ਪਰ ਹਿੰਦੁਸਤਾਨ ਦੀ ਅਸੀਂ ਇਹ ਆਸ ਰੱਖਦੇ ਹਾਂ ਵੀ ਜਿਹੜੀ ਹੁਣ ਨਵੀਂ ਪਾਰਲੀਮੈਂਟ ਬਣੂਗੀ 23 ਮਈ ਤੋਂ ਬਾਅਦ ਉਹਦੇ ਤੇ ਵੀ ਸਾਨੂੰ ਲਗਾਤਾਰ ਪ੍ਰੈਸ਼ਰ ਰੱਖਣਾ ਚਾਹੀਦਾ। ਅੱਛਾ, ਮੈਨੂੰ ਇਹ ਦੱਸੋ ਸੰਘਾ ਸਾਹਿਬ, ਹੁਣ ਤੁਸੀਂ ਦੱਸ ਰਹੇ ਹੋ ਕਿ ਭਾਵੇਂ ਇਸ ਸਰਕਾਰ ਨੇ, ਮੌਜੂਦਾ ਸਰਕਾਰ ਨੇ ਨਹੀਂ ਕੀਤਾ, ਨਵੀਂ ਸਰਕਾਰ ਤੇ ਤੁਸੀਂ ਦੱਸਦੇ ਹੋ ਕਿ ਪ੍ਰੈਸ਼ਰ ਰੱਖਣਾ ਚਾਹੀਦਾ। ਕਿ ਜਿਹੜੀਆਂ ਕੁਰਸੀਆਂ ਤੇ ਜਾ ਕੇ, ਜਿਸ ਪਾਰਲੀਮੈਂਟ ਦੇ ਵਿੱਚ ਬੈਠਦੇ ਆ, ਉਹ ਜਿਸ ਸੰਵਿਧਾਨ ਦੀ ਉਹ ਸਹੁੰ ਚੁੱਕਦੇ ਆ, ਜਿਨ੍ਹਾਂ ਲੋਕਾਂ ਦੀ ਉਹ ਕਹਿੰਦੇ ਅਸੀਂ ਨੁਮਾਇੰਦਗੀ ਕਰਦੇ ਹਾਂ, ਉਹਨਾਂ ਨੂੰ ਆਜ਼ਾਦੀ ਦਿਵਾਉਣ ਦੇ ਵਿੱਚ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਦਾ, ਊਧਮ ਸਿੰਘ ਸੁਨਾਮ ਦਾ ਬਹੁਤ ਵੱਡਾ ਹੱਥ ਹੈ। ਕਿ ਉਹਨਾਂ ਨੂੰ ਆਪਣੇ ਆਪ ਯਾਦ ਨਹੀਂ ਰਹਿੰਦਾ ਜਾਂ ਸਾਨੂੰ ਪ੍ਰੈਸ਼ਰ ਬਿਲਡ ਕਰਨ ਦੀ ਜ਼ਰੂਰਤ ਹੋਣੀ ਚਾਹੀਦੀ ਹੈ? ਦੇਖੋ ਜੀ, ਇਹ ਜਿਹੜੀਆਂ ਹਾਕਮ ਜਮਾਤਾਂ ਨਾ, ਜਿਹਨਾਂ ਨੂੰ ਇਹ ਹਾਕਮ ਜਮਾਤਾਂ ਤੋਂ ਕੰਮ ਕਰਾਉਣ ਲਈ ਪ੍ਰੈਸ਼ਰ ਬਿਲਡ ਕਰਕੇ ਇਹਨਾਂ ਦੇ ਜਿਹੜੇ ਕੰਨ ਬੋਲੇ ਹੋਏ ਉਹ ਖੋਲ੍ਹਣੇ ਪੈਂਦੇ ਆ। ਜਿੱਦਾਂ ਭਗਤ ਸਿੰਘ ਆ, ਜਦੋਂ ਅਸੈਂਬਲੀ 'ਚ ਬੰਬ ਸੁੱਟਿਆ, ਹੁਣ ਉਹ ਬੰਬ ਕਿਸੇ ਨੂੰ ਮਾਰਨ ਲਈ ਤਾਂ ਸੁੱਟਿਆ ਨਹੀਂ ਸੀ। ਉਹ ਕਿਉਂ ਸੁੱਟਿਆ? ਉਹ ਤਾਂ ਸੁੱਟਿਆ ਉਸ ਵੇਲੇ ਜਿਹੜਾ ਟ੍ਰੇਡ ਡਿਸਪਿਊਟ ਐਕਟ ਜਿਹੜਾ ਬਣਾ ਰਹੇ ਸੀ, ਉਹ ਜਿਹੜੇ ਲੋਕਾਂ ਨੂੰ ਹੱਕ ਮਿਲੇ ਸੀ, ਹੱਕ ਖੋਹਣ ਲਈ ਸੀ ਟ੍ਰੇਡ ਯੂਨੀਅਨ ਦੇ ਖਿਲਾਫ। ਇਨੀ ਜਾ ਕੇ ਉਹ ਜਿਹੜੇ ਉਹਨਾਂ ਨੂੰ ਇਹ ਦੱਸਿਆ ਵੀ ਤੁਹਾਡੇ ਜਿਹੜੇ ਬੋਲੇ ਕੰਨ ਉਹ ਖੋਲ੍ਹਣ ਲਈ ਅਸੀਂ, ਉਹ ਪਟਾਕਾ ਟਾਈਪ ਬੰਬ ਸੀ। ਇਸੇ ਕਰਕੇ ਇਹ ਜਿਹੜਾ ਨਿਜ਼ਾਮ ਆ, ਇਹਨਾਂ ਦੀਆਂ ਕੰਨ ਖੋਲ੍ਹਣ ਲਈ, ਅੱਖਾਂ ਖੋਲ੍ਹਣ ਲਈ ਲੋਕਾਂ ਨੂੰ ਲਾਮਬੰਦ ਹੋ ਕੇ ਇਹਨਾਂ ਤੇ ਪ੍ਰੈਸ਼ਰ ਪਾਉਣਾ ਪੈਣਾ। ਚਾਹੇ ਉਹਦੇ 'ਚ ਜਿਹਦੀ ਮਰਜ਼ੀ ਸਰਕਾਰ ਬਣ ਜਾਵੇ, ਇਹਨਾਂ ਨੂੰ ਆਪਣੇ ਜਿਹੜੇ ਮਫਾਦ ਆ ਉਹਨਾਂ ਦਾ ਹੁੰਦਾ ਵੀ ਜੇ ਅਸੀਂ ਇੱਦਾਂ ਕਰ ਲਿਆ ਸਾਡਾ ਵਪਾਰ ਘਟ ਜਾਊ, ਉਹਨਾਂ 'ਤੇ ਜ਼ੋਰ ਪਾਇਆ, ਇੱਦਾਂ ਕੀਤਾ ਜਾਂ ਇੱਦਾਂ ਹੋ ਜਾਂਦਾ ਵੀ ਇਹ ਜਿਹੜੀ ਗੱਲ ਹੈ ਇਹ ਤਾਂ ਫਿਰਕੂ ਸਦਭਾਵਨਾ ਦੀ ਗੱਲ ਆ। ਉਧਰ ਤੱਕ ਇੱਕ ਪਾਸੇ ਨੂੰ ਲਾਮਡੋਰ ਉਧਰ ਨੂੰ ਤੁਰਿਓ ਆ ਵੀ ਲੋਕਾਂ ਨੂੰ ਵੰਡ ਦਿਓ ਤਾਂ ਸਭ ਕੁਝ ਕਰ ਦਿਓ ਤਾਂ ਆਹ ਇਕੱਠੀ ਨਾ ਕਰਦੀ ਲੋਕਾਂ ਨੂੰ। ਇਸ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਕਾਊਂਟ ਕਰਦੀਆਂ ਨਾ, ਇਹ ਜਿਹੜੇ ਉੱਥੇ ਦੇ ਪ੍ਰੋਗਰੈਸਿਵ ਗਾਂਹ ਵਧੂ ਸੈਕੂਲਰ ਲੋਕ ਆ, ਜਿਹੜੇ ਦੇਸ਼ ਭਗਤ ਲੋਕ ਆ, ਉਹਨਾਂ ਨੂੰ ਇਕੱਠੇ ਹੋ ਕੇ ਇਹਨਾਂ ਸਰਕਾਰਾਂ ਦੇ ਕੰਨ ਖੋਲ੍ਹਣੇ ਪੈਣੇ ਆ। ਅਦਰਵਾਈਜ਼ ਇਨੀ ਆਪਣੀਆਂ ਜਿਹੜੀਆਂ ਇਹਨਾਂ ਦੀਆਂ ਘੁਣਤਾਂ ਆ ਉਹਨਾਂ ਦੇ ਚੱਲੀ ਜਾਣਾ ਤਾਂ ਇਹ ਲੋਕਾਂ ਦੇ ਹਿੱਤਾਂ ਦੇ ਆਲਿਆਂ ਨੂੰ ਕੋਈ ਜੇ ਹੁਣ ਇਹ ਜਲਿਆਂਵਾਲੇ ਬਾਗ ਦੀ ਗੱਲ ਕਰ ਲਓ ਜੀ, ਜਲਿਆਂਵਾਲੇ ਬਾਗ ਨੇ ਇਹ ਕਿੱਦਾਂ ਮੁਲਕ ਦੀ ਆਜ਼ਾਦੀ ਨੂੰ ਪ੍ਰਭਾਵਿਤ ਕੀਤਾ। ਕੋਈ ਲਹਿਰ ਇਹ ਤੋਂ ਹੋਵੇ ਹੀ ਨਾ ਜਿਹੜੀ ਇਹ ਤੋਂ ਪ੍ਰਭਾਵਿਤ ਨਾ ਹੋਵੇ, ਵੱਡੀ ਲਹਿਰ ਬਣ ਗਈ ਸੀ। ਉਸ ਗੱਲ ਨੂੰ ਮੈਂ ਤਾਂ ਕਹਿੰਦਾ ਵੀ ਜੇ ਇਹਦੇ ਲਈ ਮਾਫੀ ਮੰਗ ਕੇ ਫੰਕਸ਼ਨ ਕੀਤੇ ਜਾਂਦੇ, ਸਪੈਸ਼ਲ ਅਜਲਾਸ ਬੁਲਾਇਆ ਜਾਂਦਾ ਪਾਰਲੀਮੈਂਟ ਦਾ, ਉਹਦੇ 'ਚ ਇਹ ਜਿਹੜੀ ਸਪਿਰਿਟ ਪੈਦਾ ਕੀਤੀ ਸੀ ਉਹ ਹੋਰ ਮਜ਼ਬੂਤ ਹੋ ਕੇ ਲੋਕਾਂ 'ਚ ਦੇਸ਼ ਭਗਤੀ ਹੋਰ ਜਾਗਣੀ ਸੀ। ਬਜਾਏ ਇਹਦੇ ਕਿ ਦੇਸ਼ ਭਗਤੀ ਇੱਕ ਸੰਕੀਰਨ ਢੰਗ ਨਾਲ ਜਿਹੜਾ ਨੈਸ਼ਨਲਿਜ਼ਮ ਉਹ ਉਭਾਰੋ ਵੋਟਾਂ ਦੀ ਖਾਤਰ, ਜੇ ਇੱਦਾਂ ਕੀਤਾ ਹੁੰਦਾ ਇਹਦੇ ਨਾਲ ਹੋਰ ਮੁਲਕ ਦੇ ਵਿੱਚ ਲੋਕਾਂ ਦੇ ਵਿੱਚ ਦੇਸ਼ ਭਗਤੀ ਹੋਣੀ ਸੀ, ਲੋਕਾਂ ਨੇ ਇਕੱਠੇ ਹੋਣ 'ਚ ਉਹਨਾਂ ਨੂੰ ਮਦਦ ਮਿਲਣੀ ਸੀ। ਇਸ ਗੱਲੋਂ ਹੀ ਨਹੀਂ ਇਹ ਕੁਤਾਹੀ ਕੀਤੀ ਹੈ, ਜਿਹੜੇ ਇਹ ਮਾਫ ਨਹੀਂ ਕੀਤਾ ਜਾ ਸਕਦਾ ਨਾ। ਪਰ ਹੁਣ ਤੁਸੀਂ ਦੱਸ ਰਹੇ ਹੋ ਕਿ ਬਿਲਕੁਲ, ਕਿਉਂਕਿ ਸਰਕਾਰਾਂ ਕਦੀ ਵੀ ਨਹੀਂ ਚਾਹੁੰਦੀਆਂ
ਕਿ ਭਾਈਚਾਰੇ ਇਕੱਠੇ ਹੋ ਕੇ ਰਹਿਣ, ਭਾਵੇਂ ਉਹ ਸਮੇਂ ਦੀ ਕੋਈ ਵੀ ਸਰਕਾਰ ਹੋਵੇ। ਉਹ ਵੰਡਣਾ ਚਾਹੁੰਦੀਆਂ ਨੇ, ਉਹ ਫਿਰਕੂ ਰੰਗਤ ਦੇ ਕੇ ਰੱਖਣਾ ਚਾਹੁੰਦੀਆਂ ਨੇ। ਅੱਜ ਹੁਣ ਤੁਹਾਡੇ ਸਾਹਮਣੇ ਉੱਥੇ ਕੀ ਹੋ ਰਿਹਾ ਜੀ, ਉਹ 'ਚ ਆਪਾਂ ਡਿਟੇਲ 'ਚ ਨਾ ਵੀ ਜਾਈਏ, ਜਿਹੜਾ ਬੰਦਾ ਇੱਥੇ ਬਾਹਰ ਵੀ ਬੈਠੇ ਆ ਸਾਨੂੰ ਉਹ ਪਤਾ ਲੱਗਦਾ ਉੱਥੇ ਕੀ ਹੋ ਰਿਹਾ। ਇਹਨਾਂ ਗੱਲਾਂ ਦੀ ਲੋੜ ਆ। ਲੋੜ ਤਾਂ ਉੱਥੇ ਹੈਗੀ ਵੀ ਅੱਤ ਦੀ ਗਰੀਬੀ ਆ, ਜਹਾਲਤ ਆ, ਉੱਥੇ ਪੜ੍ਹਾਈ ਦਾ ਬੁਰਾ ਹਾਲ ਆ, ਲੋਕਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਤੇ ਮੁਲਕ ਨੇ ਤਰੱਕੀ ਤਾਂ ਕੀ ਗੱਲ ਨਹੀਂ, ਉਹ ਪਿੱਛੇ ਨੂੰ ਜਾ ਰਿਹਾ। ਗੱਲਾਂ ਹੋਰ ਹੋ ਰਹੀਆਂ ਜਿਨ੍ਹਾਂ ਦੀ ਲੋੜ ਹੀ ਨਹੀਂ। ਇਸ਼ੂ ਜਿਹੜੇ ਮੁੱਦੇ ਆ ਮੁੱਦੇ ਹੈ ਨਹੀਂ, ਤੇ ਦੂਜੀਆਂ ਉਹ ਗੱਲਾਂ ਹੈਗੀਆਂ ਜਿਹੜਾ ਅੰਨੀ ਕਿਸਮ ਦਾ ਜਿਹੜਾ ਰਾਸ਼ਟਰਵਾਦ ਆ ਨਾ, ਉਹ ਹਮੇਸ਼ਾ ਹੀ ਜਿਹੜਾ ਮੁਲਕ ਆ ਉਹ ਮੁਲਕ ਤਰੱਕੀ ਨਹੀਂ ਕਰ ਸਕਦਾ। ਹਿਟਲਰ ਦੀ ਐਗਜ਼ਾਮਪਲ ਸਾਡੇ ਸਾਹਮਣੇ ਆ। ਹਿਟਲਰ ਨੇ ਇਹੋ ਹੀ ਸ਼ੁਰੂ ਕੀਤਾ ਸੀ। ਇਸ ਕਰਕੇ ਆਪਾਂ ਉਸ ਡਿਟੇਲ 'ਚ ਨਹੀਂ ਜਾਂਦੇ, ਪਰ ਅੱਜ ਦੀ ਜਿਹੜੀ ਗੱਲਬਾਤ ਆ ਨਾ ਜਲ੍ਹਿਆਂਵਾਲੇ ਬਾਗ ਦੀ, ਇਹ ਇੱਕ ਜਿਹੜੀ ਮਹਾਨ ਘਟਨਾ ਆ। ਹੁਣ ਇਹ ਨਹੀਂ ਜਿਹੜੀ ਉੱਥੇ ਜਥੇਬੰਦੀਆਂ ਇੰਗਲੈਂਡ 'ਚ ਸਾਰੇ ਲੋਕਾਂ ਨੇ ਮੰਗ ਕੀਤੀ ਆ ਵੀ ਇੱਕ ਮਾਫੀ ਮੰਗੋ ਜੀ। ਦੂਜਾ ਜਿਹੜੀ ਬ੍ਰਿਟਿਸ਼ ਕਲੋਨੀਅਲ ਹਿਸਟਰੀ ਆ, ਜਿਹੜੀਆਂ ਤੁਸੀਂ ਜ਼ਿਆਦਤੀਆਂ ਕੀਤੀਆਂ ਆ, ਜਲ੍ਹਿਆਂਵਾਲਾ ਬਾਗ ਆ, ਇਹ ਤੋਂ ਬਾਅਦ ਜਿਹੜਾ 1945 'ਚ ਬੰਗਾਲ 'ਚ ਕਾਲ ਪਿਆ, ਉਸ ਕਾਲ ਨੇ ਲੱਖਾਂ ਹੀ ਲੋਕ ਮਾਰੇ ਸੀਗੇ ਜੀ। ਉਹ ਕਿਉਂ ਪਿਆ? ਉਸ ਵੇਲੇ ਜਿਹੜਾ ਚਰਚਿਲ ਸੀ, ਉਹ ਚਰਚਿਲ ਨੇ ਸਾਰਾ ਅਨਾਜ ਕੱਢ ਕੇ ਤਾਂ ਸੈਕੰਡ ਵਰਲਡ ਵਾਰ 'ਚ ਬਾਹਰ ਭੇਜਤਾ। ਤੇ ਲੋਕਾਂ ਕੋਲ ਬਚਣਾ ਕੀ ਸੀ? ਲੋਕਾਂ ਕੋਲ ਬਚਣਾ, ਲੋਕ ਮਰ ਗਏ ਭੁੱਖੇ। ਇੱਦਾਂ ਦੇ ਨਹੀਂ ਅਫਰੀਕਾ 'ਚ ਵੀ ਜ਼ੁਲਮ ਕੀਤੇ ਆ, ਸਾਰੀ ਦੁਨੀਆ 'ਚ ਕੀਤੇ, ਅੱਧੀ ਦੁਨੀਆ ਤਾਂ ਉਹ ਸਾਰਾ ਉਹ ਕਹਿੰਦੇ ਵੀ ਇਹਨੂੰ ਸਕੂਲ ਕਰਿਕੂਲਮ ਵਿੱਚ ਪਾ ਕੇ ਨਿਆਣਿਆਂ ਨੂੰ ਪੜ੍ਹਾਓ। ਜੀ ਸੰਘਾ ਸਾਹਿਬ, ਆਪਾਂ ਗੱਲਬਾਤ ਇਸ ਤਰ੍ਹਾਂ ਕਰਦੇ ਰਹਾਂਗੇ। ਦੋਸਤੋ, ਸਮਾਂ ਫਿਰ ਤੋਂ ਬ੍ਰੇਕ ਦਾ ਹੈ। ਪ੍ਰਾਈਮ ਏਸ਼ੀਆ ਟੀਵੀ ਦੀ ਮੋਬਾਈਲ ਐਪ ਡਾਊਨਲੋਡ ਕਰੋ ਤੇ $2000 ਜਿੱਤਣ ਦਾ ਮੌਕਾ ਪਾਓ। ਸਿਰਫ ਸਾਈਨ ਅਪ ਤੇ ਕਲਿੱਕ ਕਰਕੇ ਇੱਕ ਸਿੰਪਲ ਜੁਆਇਨਿੰਗ ਫਾਰਮ ਭਰ ਕੇ ਤੁਸੀਂ ਮੈਂਬਰ ਆਈਡੀ ਜਨਰੇਟ ਕਰ ਸਕਦੇ ਹੋ, ਜਿਸ ਨਾਲ ਤੁਸੀਂ ਐਲੀਜੀਬਲ ਹੋ ਜਾਓਗੇ $2000 ਕੈਸ਼ ਜਿੱਤਣ ਲਈ। ਇਸ ਕੰਟੈਸਟ ਲਈ ਸ਼ਰਤ ਇਹ ਵੀ ਹੈ ਕਿ ਪ੍ਰਾਈਮ ਏਸ਼ੀਆ ਟੀਵੀ ਦਾ YouTube ਚੈਨਲ ਸਬਸਕ੍ਰਾਈਬ ਕਰਨਾ ਜਾਂ Facebook ਪੇਜ ਲਾਈਕ ਕਰਨਾ ਜ਼ਰੂਰੀ ਹੈ। ਤੇ ਜੇਕਰ ਤੁਹਾਡੇ ਦੁਆਰਾ ਰੈਫਰ ਕੀਤਾ ਕੋਈ ਹੋਰ ਮੈਂਬਰ ਇਨਾਮ ਜਿੱਤਦਾ ਹੈ ਤਾਂ ਉਸ ਦੇ ਇਨਾਮ ਚੋਂ ਅੱਧਾ ਇਨਾਮ ਤੁਹਾਡਾ ਹੋਏਗਾ। ਤੇ ਹੁਣ ਦੇਖਦੇ ਕੀ ਹੋ, ਕਰ ਦਿਓ ਸ਼ੁਰੂ ਸ਼ੇਅਰ ਕਰਨਾ। ਫॉर मोर इन्फो विजिट primeasiatv.com। ਦੋਸਤੋ, ਚਲਦੇ ਅਸੀਂ ਪ੍ਰੋਗਰਾਮ ਦੀ ਆਖਰੀ ਮੰਜ਼ਿਲ ਵੱਲ ਵਧ ਰਹੇ ਹਾਂ ਤੇ ਸੁਰਿੰਦਰ ਸੰਘਾ ਜੀ ਅੱਜ ਸਾਡੇ ਮਹਿਮਾਨ ਨੇ। ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਤੋਂ ਜਲ੍ਹਿਆਂਵਾਲੇ ਬਾਗ ਦੇ ਮੁਤਲਕ ਉਹਨਾਂ ਨੇ BC ਸਰਕਾਰ ਨੂੰ ਜਿਹੜਾ ਇੱਕ ਮੈਮੋਰੈਂਡਮ ਦਿੱਤਾ ਸੀ, ਉਸ ਦੇ ਉੱਤੇ BC ਸਰਕਾਰ ਨੇ ਅਮਲ ਕਰਦਿਆਂ ਬੀਤੇ ਦਿਨ ਹੀ ਇਸ ਜਲ੍ਹਿਆਂਵਾਲੇ ਬਾਗ ਦੀ ਘਟਨਾ ਦੇ ਉੱਤੇ ਇੱਕ ਮਾਣ ਸਨਮਾਨ, ਇੱਕ ਮੰਗ ਪੱਤਰ ਨੂੰ ਕਬੂਲਦਿਆਂ ਇਹਨਾਂ ਨੂੰ ਦਿੱਤਾ ਹੈ। ਉਹ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਵੀ ਕਰ ਰਹੇ ਹਾਂ ਅਤੇ ਇਸ ਦੇ ਨਾਲ ਹੀ ਇਹ ਵੀ ਦੱਸ ਰਹੇ ਨੇ ਕਿ ਭਾਰਤ ਸਰਕਾਰ ਵੱਲੋਂ ਕੋਈ ਬਹੁਤੇ ਵੱਡੇ ਪੱਧਰ ਤੇ ਸਮਾਗਮ ਜਲ੍ਹਿਆਂਵਾਲੇ ਬਾਗ ਦੀ ਸ਼ਤਾਬਦੀ ਦੇ ਮੁਤਲਕ ਨਾ ਕੀਤੇ ਗਏ। ਇਸੇ ਤਰ੍ਹਾਂ ਇਹਨਾਂ ਨੇ ਇਹ ਵੀ ਦੱਸਿਆ ਹੈ ਕਿ ਬਰਤਾਨੀਆ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਮੁਆਫੀ ਮੰਗਣ ਦੀ ਮੰਗ ਦੇ ਉੱਤੇ ਪ੍ਰੈਸ਼ਰ ਤੇ ਬਹੁਤ ਪਾਇਆ ਗਿਆ, ਪਰ ਗੱਲ ਹਾਲੇ ਬਣ ਨਾ ਸਕੀ। ਅੱਛਾ, ਮੈਨੂੰ ਇਹ ਦੱਸਿਓ, ਜਦੋਂ ਕਿਸੇ ਵੀ ਮੁਲਕ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ, ਜਿਸ ਤਰ੍ਹਾਂ ਪਹਿਲਾਂ ਇੱਥੇ ਵੀ ਸੀ ਕਿ ਚਾਈਨਾ ਵਾਲਿਆਂ 'ਤੇ ਹੈੱਡ ਟੈਕਸ ਲਾਇਆ ਗਿਆ, ਉਹਨਾਂ ਤੋਂ ਮੁਆਫੀ ਮੰਗ ਲਈ ਗਈ, ਸਾਡੇ ਕਾਮਾਗਾਟਾ ਮਾਰੂ ਦੇ ਉੱਤੇ ਮੁਆਫੀ ਮੰਗ ਲਈ ਗਈ, ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇਹ ਸਿੰਬੋਲਿਕ ਹੁੰਦੀਆਂ ਨੇ, ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ। ਸੱਚੀ ਦੱਸਿਓ, ਜਦੋਂ ਕੋਈ ਮੁਲਕ ਇਸ ਤਰ੍ਹਾਂ ਦੀ ਕੀਤੀ ਕੁਤਾਹੀ ਤੇ ਗਲਤੀ ਤੇ ਮੁਆਫੀ ਮੰਗਦਾ, ਇਹਦਾ ਕਿਹੋ ਜਿਹਾ ਅਸਰ ਪੈਂਦਾ ਜੀ? ਜਿਹੜੀ ਮੁਆਫੀ ਮੰਗਣੀ ਹੈ, ਇਹ ਇੱਕ ਬਹੁਤ ਬੜੀ ਗੱਲ ਹੈ ਜੀ। ਉਸ ਵੇਲੇ ਜਿਹੜੀਆਂ ਅਤੀਤ 'ਚ ਗਲਤੀਆਂ ਹੋਈਆਂ ਨਾ, ਉਹ ਮੁਆਫੀ ਤਾਂ ਮੰਗਣੀ ਸਿੰਬੋਲਿਕ ਆ, ਉਹ ਵੀ ਇੱਕ ਪਾਰਲੀਮੈਂਟ ਦੇ ਵਿੱਚ ਮੰਗਣੀ, ਪਾਰਲੀਮੈਂਟ ਦੀ ਜਿਹੜੀ ਉਹ ਪਰ ਆਪਣੇ ਆਪ 'ਚ ਪ੍ਰਾਪਤੀ ਆ, ਉਹਦੀ ਜਿਹੜੀ ਬੁੱਕ ਹੈ ਉਹਦੇ ਵਿੱਚ ਆ ਜਾਂਦਾ ਸਾਰਾ ਜੀ। ਤੇ ਉਹ ਤੋਂ ਬਾਅਦ ਉੱਥੇ ਨਹੀਂ ਗੱਲ ਛੱਡਣੀ ਚਾਹੀਦੀ। ਉਹ ਸਾਰੀਆਂ ਹੀ ਜ਼ਿਆਦਤੀਆਂ ਜਿਹੜੀਆਂ ਉਹ ਆਉਣੇ ਵਾਲੀਆਂ ਜਿਹੜੀਆਂ ਪੀੜ੍ਹੀਆਂ ਨਸਲਾਂ, ਉਹਨਾਂ ਨੂੰ ਸਕੂਲ ਕਰਿਕੂਲਮ ਵਿੱਚ ਪਾ ਕੇ ਪੜ੍ਹਾਉਣੀਆਂ ਚਾਹੀਦੀਆਂ। ਪਰ ਅਸੀਂ ਸਮਝਦੇ ਹਾਂ ਵੀ ਉੱਥੇ ਵੀ ਨਹੀਂ ਗੱਲ ਮੁੱਕਦੀ। ਸਾਨੂੰ ਜਿਹੜਾ ਲੋਕਾਂ ਦੇ ਨਾਲ ਇਹ ਜ਼ਿਆਦਤੀਆਂ ਹੋਈਆਂ ਆ, ਸਾਨੂੰ ਵੀ ਆਪਣੇ ਮਨ 'ਚੋਂ ਉਹ ਕੱਢ ਦੇਣੀਆਂ ਚਾਹੀਦੀਆਂ। ਅੱਛਾ, ਵੀ ਜੋ ਹੋ ਗਿਆ ਉਹ ਮਾਫੀ ਮੰਗ ਲਈ ਗਈ, ਉਹ ਤੋਂ ਬਾਅਦ ਹੋਰ ਤਾਂ ਕੁਝ ਹੋ ਨਹੀਂ ਸਕਦਾ। ਪਰ ਇੱਥੋਂ ਦੇ ਜਿਹੜੇ ਸ਼ਹਿਰਦ ਲੋਕ ਆ, ਉਹਨਾਂ ਦੇ ਨਾਲ ਰਲ ਕੇ ਇਹਨਾਂ ਮੁਲਕਾਂ ਨੂੰ ਵਧੀਆ ਬਣਾਉਣ ਲਈ, ਸਾਮਾ ਮੁਲਕ ਬਣਾਉਣ ਲਈ, ਜਿਸ 'ਚ ਲੋਕਾਂ ਨਾਲ ਡਿਸਕ੍ਰਿਮੀਨੇਸ਼ਨ ਨਾ ਹੋਵੇ, ਲੁੱਟ ਖਸੁੱਟ ਨਾ ਹੋਵੇ, ਇਹਨੂੰ ਕਰਕੇ ਉਹਨਾਂ ਦੇ ਨਾਲ ਰਲ ਕੇ ਚੱਲਣਾ ਚਾਹੀਦਾ। ਹੁਣ ਮੈਂ ਜਿਹੜੀ ਗਾਹਾਂ ਦੀ ਗੱਲ ਕਰਦਾ ਵੀ ਇਹ ਜਿਹੜਾ ਜਦੋਂ ਪ੍ਰੋਕਲਾਮੇਸ਼ਨ ਇਹਨੇ ਇਸ਼ੂ ਕੀਤਾ, ਇਹਦੇ ਨਾਲ ਇੱਕ ਕਿਸਮ ਦਾ ਸਾਨੂੰ ਹੌਸਲਾ ਹੋਰ ਮਿਲਿਆ। ਉਹ ਕਿਹੜਾ ਮਿਲਿਆ? ਹੱਲਾਸ਼ੇਰੀ ਮਿਲਦੀ ਹੈ। ਹੱਲਾਸ਼ੇਰੀ ਇਹ ਮਿਲੀ। ਹੁਣ ਅਸੀਂ ਪਿੱਛੇ ਪ੍ਰੋਗਰਾਮ ਕਰ ਚੁੱਕੇ ਹਾਂ, ਜਦੋਂ ਮੇਵਾ ਸੋਹ ਦਾ ਸ਼ਹੀਦੀ ਦਿਨ ਆਉਂਦਾ, ਉਦੋਂ ਸਾਰੇ ਲੋਕ ਕਰਦੇ ਆ
ਉਹਦੇ ਦਿਨ ਮਨਾਉਂਦੇ ਆ, ਉਹ ਮਨਾਉਣੇ ਵੀ ਚਾਹੀਦੇ ਆ। ਬਿਲਕੁਲ। ਉਹਨੂੰ ਜੀ ਸ਼ਹੀਦ ਦਾ ਦਰਜਾ ਮਨਾਓ। ਦੇਖੋ ਮੇਵਾ ਸੋਨੂੰ ਜਿਹੜਾ ਸ਼ਹੀਦ ਆ, ਸਾਡੀ ਕਮਿਊਨਿਟੀ ਉਹਨੂੰ ਸ਼ਹੀਦ ਮੰਨਦੀ ਆ, ਪਰ ਉਹਨੂੰ ਸ਼ਹੀਦ ਬਣਾਉਣ ਲਈ ਇੱਕ ਅਪਹਿਲ ਟਾਸਕ ਆ, ਬਹੁਤ ਬੜੀ ਇੱਕ ਪਹਾੜੀ ਤੇ ਬਹੁਤ ਹਿਮਾਲਿਆ ਤੇ ਚੜ੍ਹਨੇ ਵਾਲੀ ਗੱਲ ਆ। ਉਹ ਕਿੱਦਾਂ, ਜਿਹੜੀ ਇੱਥੇ ਦੀ ਬਾਰਡਰ ਕਮਿਊਨਿਟੀ ਉਹ ਹਲੇ ਵੀ ਉਹਨੂੰ ਨਾ ਮੇਵਾ ਸੋ ਨੂੰ ਕਾਤਲ ਸਮਝਦੀ ਆ, ਹਾਪਕਿਨਸਨ। ਉਹ ਕਹਿੰਦੇ ਜਿਹੜਾ ਆਫੀਸਰ ਸੀ ਇਹ ਡਿਊਟੀ ਤੇ ਸੀ, ਇਹ ਡਿਊਟੀ ਤੇ ਆਫੀਸਰ ਮਾਰਿਆ, ਹਾਪਕਿਨਸਨ ਨੂੰ ਸ਼ਹੀਦ ਸਮਝਦੇ ਜੀ। ਇਸ ਸੰਬੰਧ 'ਚ ਅਸੀਂ ਆਪਣੇ ਨੂੰ ਮਿਲੇ, ਉਹਨੂੰ ਦੂਜੇ ਨੂੰ ਆਪਣੇ ਇਸਰਾਏ ਸਾਹਿਬ ਨੂੰ। ਅੱਛਾ। ਅਸੀਂ ਉਹਨਾਂ ਨਾਲ ਇਹ ਗੱਲਬਾਤ ਕੀਤੀ ਆ, ਅਸੀਂ ਕਰਕੇ ਅਸੀਂ ਕਿਹਾ ਵੀ ਆ ਜਿਹੜਾ ਮੇਵਾ ਸੋ ਆ ਇਹਨੂੰ ਸ਼ਹੀਦ ਬਣਾਉਣ ਲਈ ਤੁਸੀਂ ਹੋਰ ਮਸਲੇ ਤਾਂ ਆਪਣੀ ਕਮਿਊਨਿਟੀ ਨਾਲ ਸੰਬੰਧਿਤ ਪਾਰਲੀਮੈਂਟ 'ਚ ਰੱਖ ਲੈਂਦੇ ਆ, ਵੀ ਇਹ ਵੀ ਮਤਾ ਕਦੇ ਰੱਖੋ। ਜਿੱਦਾਂ ਹੁਣ ਇਲੈਕਸ਼ਨ ਆ ਰਹੀਆਂ, ਇਲੈਕਸ਼ਨਾਂ ਦੇ ਵਿੱਚ ਅਸੀਂ ਬਜਾਏ ਇਹਦੇ ਵਿੱਚ ਚਾਹ ਪਾਣੀ ਸਮੋਸੇ ਖਿਲਾ ਕੇ ਸਮੋਸਾ ਪੋਲੀਟਿਕਸ ਅਸੀਂ ਉਹ ਯਕੀਨ ਨਹੀਂ ਕਰਦੇ। ਸਮੋਸੇ ਖਿਲਾਓ, ਫੰਡ ਦਿਓ, ਬੱਲੇ ਬੱਲੇ ਕਰੋ, ਫੋਟੋਆਂ ਖਿਚਾਓ, ਮੰਗ ਕੋਈ ਕਰੋ ਨਾ। ਦਰਅਸਲ ਇਹੋ ਹੀ ਸਮਾਂ ਹੁੰਦਾ ਹੈ ਰਾਜਨੀਤਿਕਾਂ ਤੋਂ ਮੰਗਾਂ ਮਨਵਾਉਣ ਦਾ, ਸਾਹਮਣੇ ਰੱਖਣ ਦਾ। ਉੱਥੇ ਮੰਗ ਕਰਨੀ ਚਾਹੀਦੀ ਆ। ਮੈਂ ਬੈਨੀਪਾਲ ਤੁਹਾਨੂੰ ਇਹ ਦੱਸ ਦਿੰਦਾ ਵੀ ਅਸੀਂ ਕੱਲ੍ਹ ਨੂੰ ਕੋਈ ਕਹੇ ਵੀ ਫਲਾਣੇ ਨੇ ਕਰਾਇਆ, ਅਸੀਂ ਇਹਦੇ ਲਈ ਇੱਕ ਬਰੀਫ ਤਿਆਰ ਕਰ ਰਹੇ ਹਾਂ। ਅੱਛਾ। ਭਾਈ ਮੇਵਾ ਸਿੰਘ ਲਈ, ਭਾਈ ਮੇਵਾ ਸਿੰਘ ਨੂੰ ਸ਼ਹੀਦ ਮੰਨਿਆ ਜਾਵੇ ਜੀ। ਉਹ ਅਸੀਂ ਜਿੰਨੇ ਇਲੈਕਟਡ ਅਫੀਸ਼ੀਅਲ ਆ ਕੈਨੇਡਾ ਦੇ, MLA MP ਜਾਂ ਜਿਹੜੇ ਉੱਪਰਲੇ ਦੂਜੇ ਹਾਊਸ 'ਚ ਸੈਨੇਟਰ, ਅਸੀਂ ਸਾਰਿਆਂ ਨੂੰ ਉਹ ਮਹੀਨੇ 2 ਮਹੀਨਿਆਂ 'ਚ ਅਸੀਂ ਉਹ ਸਭ ਨੂੰ ਈਮੇਲਾਂ ਤੇ ਉਹ ਭੇਜਣੀਆਂ। ਅੱਛਾ। ਉਹ 'ਚ ਆਪਣੇ ਕੋਲ 3 ਪੁਆਇੰਟ ਆ ਜਾਂਦੇ ਆ ਵੀ ਮੇਵਾ ਸੋ ਨੂੰ ਸ਼ਹੀਦ ਕਾਹਦੇ ਮੰਨਿਆ ਜਾਵੇ। ਪਹਿਲੀ ਤਾਂ ਗੱਲ ਹੈ ਲੂਇਸ ਰਿਆਲ ਇੱਕ ਹੋਇਆ ਜੀ, ਨੇਟਿਵ ਲੀਡਰ ਹੋਇਆ। ਉਹ ਮੇਟੀ ਸੀਗਾ, ਜਿਹੜੇ ਗੋਰਿਆਂ ਦੇ ਤਾਂ ਇਹਨਾਂ ਦੇ ਮਿਕਸ ਔਲਾਦ ਆ। ਉਹਨੂੰ ਇਹਨੀ ਫਾਂਸੀ ਦੇ ਦਿੱਤੀ ਸੀ, ਉਹਨਾਂ ਦਾ ਲੀਡਰ ਸੀਗਾ ਉਹ, ਬੜਾ ਮਗੋਂ ਆਣੀ ਉਹਨੂੰ ਐਗਜ਼ੋਨਰੇਟ ਹੁਣ ਕੀਤਾ ਆ, ਉਹਨੂੰ ਸ਼ਹੀਦ ਮੰਨਿਆ ਆ। ਜੇ ਵਿਨੀਪੈਗ ਜਾਓ, ਉੱਥੇ ਦੀ ਜਿਹੜੀ ਪਾਰਲੀਮੈਂਟ ਅਸੈਂਬਲੀ ਉਹਦੇ ਮੋਰੇ ਉਹਦਾ ਬੁੱਤ ਲੱਗਾ ਆ। ਇਹਦਾ ਮਤਲਬ ਇੱਕ ਪੁਆਇੰਟ ਤਾਂ ਸਾਡੇ ਕੋਲ ਉਹ ਬਣਦਾ। ਇੱਕ ਹੋਰ ਬਣਦਾ ਇਹ ਗੱਲ ਆ 1876 ਦੀ ਜੀ, ਜਿਸ ਵੇਲੇ ਜਿਹੜਾ ਇਹ ਕਨੈਲ ਦੇ ਵਿੱਚ ਜਿਹੜੇ ਨੇਟਿਵ ਪੀਪਲ ਸੀਗੇ, ਉੱਥੇ ਨੇਟਿਵ ਪੀਪਲਾਂ ਦਾ ਸਰਕਾਰ ਦਾ ਰੌਲਾ ਪੈ ਗਿਆ ਸੜਕ ਬਣਾਉਣ ਬਾਰੇ। ਉਹ ਕਹਿੰਦੇ ਵੀ ਸਾਡੀ ਜ਼ਮੀਨ ਦੀ ਸੜਕ ਲੰਘਣ ਨਹੀਂ ਦੇਣੀ। ਉੱਥੇ ਗੋਲੀ ਚਲਾ ਕੇ ਉਹਨਾਂ ਦੇ 6 ਨੇਟਿਵ ਲੀਡਰ ਹੀ ਨਹੀਂ ਮਾਰਤੇ ਸੀ ਜੀ। ਉਹ ਜਨ ਮਾਰਿਆ, ਉਹਦਾ ਬੁੱਤ ਲੱਗਾ ਨਿਊ ਵੈਸਟ 'ਚ। ਅੱਛਾ ਜੀ। ਜੇ ਜਾਓ ਕੋਰਟ ਹਾਊਸ ਦੇ ਇੱਕ ਪਾਸੇ ਨੂੰ ਲੱਗਾ। ਉਹਨੂੰ ਵੀ ਜਿਹੜੀ ਕ੍ਰਿਸਟੀ ਕਲਾਰਕ ਆ, ਉਹਨੂੰ ਜਾ ਕੇ ਐਗਜ਼ੋਨਰੇਟ ਕੀਤਾ ਉਹਨਾਂ ਨੂੰ ਸ਼ਹੀਦ ਮੰਨਿਆ। ਅੱਛਾ ਜੀ। 2 ਪੁਆਇੰਟ ਹੋ ਗਏ। ਤੀਜਾ ਪੁਆਇੰਟ ਸਾਡੇ ਕੋਲ ਇਹ ਆ ਵੀ ਜਦੋਂ ਸਾਡੇ ਕੋਲੋਂ ਇਹਨੀ ਮੁਆਫੀ ਮੰਗ ਲਈ ਪਾਰਲੀਮੈਂਟ 'ਚ, ਅਸੈਂਬਲੀਆਂ 'ਚ ਮੁਆਫੀਆਂ ਮੰਗੀਆਂ ਵੀ ਸਾਡੇ ਨਾਲ ਜ਼ਿਆਦਤੀਆਂ ਕੀਤੀਆਂ ਸਾਰੀਆਂ, ਕੰਮ ਗਟਮਰ ਦੇ ਹੋਰ ਸਾਰੀਆਂ, ਤਾਂ ਫਿਰ ਜਦੋਂ ਮੇਵਾ ਸੋ ਨੇ ਉਹਨੂੰ ਜਦੋਂ ਮਾਰਿਆ, ਮੇਵਾ ਸੋ ਨੇ ਉਹ 'ਚ ਮੇਵਾ ਸੋ ਦਾ ਕੋਈ ਕਸੂਰ ਨਹੀਂ ਸੀ, ਕਿਉਂਕਿ ਉਹ ਬੰਦਾ ਇੰਨਾ ਕਰਪਟ ਤੇ ਉਹ ਭੈੜਾ ਸੀਗਾ, ਆਪਣੇ ਲੋਕਾਂ ਨੂੰ ਇੰਨਾ ਤੰਗ ਕੀਤਾ ਗਲਤ ਰਿਪੋਰਟਾਂ ਭੇਜ ਕੇ। ਇਹ ਸਾਰੇ ਪੁਆਇੰਟ ਜਿਹੜੇ ਸਾਨੂੰ ਸਟਰੈਸ ਕਰਨੇ ਪੈਣੇ ਆ। ਜੇ ਹੁਣ ਗੱਲੀ ਮੱਤੀ ਕਰੀ ਜਾਣਾ, ਉੱਦਾਂ ਜਕੀ ਜਾਣਾ ਲੋਕਾਂ ਤੋਂ, ਜਾਂ ਇਹ ਸਾਨੂੰ ਕੀ ਕਹਿਣਗੇ, ਫਿਰ ਇਹ ਜਿਹੜੀ ਖੈਰ ਹੈ ਕਿਸੇ ਨੇ ਸਾਡੇ ਪੱਲੇ ਆ ਕੇ ਨਹੀਂ ਪਾਣੀ। ਅੱਛਾ। ਅਕਤੂਬਰ ਦੇ ਵਿੱਚ ਇੱਥੇ ਵੀ ਇਲੈਕਸ਼ਨ ਹੈ ਜੀ। ਹਾਂ। ਉਸ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਦੱਸਦੇ ਕਿ ਇਲੈਕਟਡ ਅਫੀਸ਼ੀਅਲ ਨੇ, ਉਹਨਾਂ ਨੂੰ ਤੁਸੀਂ ਈਮੇਲ ਦੇ ਰਾਹੀਂ ਤੇ ਤੁਸੀਂ ਆਪਣਾ ਮੰਗ ਪੱਤਰ ਭੇਜ ਦੇਣਾ, ਪਰ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਤੁਹਾਡੇ ਦਰਵਾਜ਼ਿਆਂ ਤੇ ਦਸਤਕ ਦੇਣਗੇ ਜਾਂ ਜਿਹੜੇ ਚੋਣ ਰੈਲੀਆਂ ਵੀ ਕਰਨਗੇ, ਕਿ ਉਹਨਾਂ ਨੂੰ ਵੀ ਉਚੇਚੇ ਤੌਰ 'ਤੇ ਕਿਉਂਕਿ ਹੋ ਸਕਦਾ ਹੈ ਕਿ ਮੈਂਬਰ ਪਾਰਲੀਮੈਂਟ ਬਦਲ ਜਾਣ, ਉਹਨਾਂ ਨੂੰ ਵੀ ਰੱਖੋਗੇ ਜੀ ਮੰਗੋਂ ਸਾਹਮਣੇ? ਸਾਡਾ ਤਾਂ ਅਸੀਂ ਤਾਂ ਜਿਹੜੀ ਸਾਡੀ ਜਥੇਬੰਦੀ ਆ, ਸਾਡਾ ਤਾਂ ਇਹ ਮੇਨ ਮਕਸਦ ਆ। ਅਸੀਂ ਤਾਂ ਅਸੀਂ ਜਦੋਂ ਮੇਲਾ ਵੀ ਕਰਾਇਆ ਪਿੱਛੇ ਮੇਵਾ ਸਿੰਘ ਦੀ ਯਾਦ 'ਚ, ਉਦੋਂ ਅਸੀਂ ਸੋਵਨੀਅਰ ਵੀ ਕੱਢਿਆ। ਆ ਜਿਹੜੀਆਂ ਮੈਂ ਗੱਲਾਂ ਕਰਦਾ ਸੋਵਨੀਅਰ ਦੇ ਵਿੱਚ ਦਰਜ ਆ, ਬੜਾ ਰਿਸਰਚ ਕਰਕੇ ਉਹ ਕੀਤਾ ਸੀ। ਇਹ ਜਿੱਦਾਂ ਅਸੀਂ ਕਰਦੇ ਹਾਂ, ਇੱਦਾਂ ਜਿਹੜੀਆਂ ਬੜੀਆਂ ਸੰਸਥਾਵਾਂ ਆ, ਉਹਨਾਂ ਨੂੰ ਵੀ ਆ ਸਮੋਸਾ ਪੋਲੀਟਿਕਸ ਛੱਡ ਕੇ ਹੁਣ ਆਪਣੇ 18 MP ਆ ਜੀ। 18 MPਆਂ ਦਾ ਜੇ ਕੋਈ ਇੱਦਾਂ ਦਾ ਫਾਇਦਾ ਨਹੀਂ ਲੈਣਾ, ਫਿਰ ਉਹਦਾ ਕੀ ਕਰਾਉਣਾ? ਜੇ ਆਪਣੇ ਕੰਮ ਕਰਾ ਕੇ, ਦੀ ਗੱਲ ਹੈ ਇਹ ਸਾਂਝੀ ਗੱਲ ਆ ਸਾਰਿਆਂ ਦੀ ਜੀ। ਇੱਕ ਜਿਹੜਾ ਸਾਡਾ ਸ਼ਹੀਦ ਆ, ਉਹਨੂੰ ਗੌਰਮੈਂਟ ਕਾਗਜ਼ਾਂ 'ਚ ਉਹਨੂੰ ਕ੍ਰਿਮੀਨਲ ਮੰਨਿਆ ਜਾਂਦਾ। ਉਹ ਕਢਾਉਣੇ ਨੇ, ਸਾਡੇ ਕੋਲ ਐਗਜ਼ਾਮਪਲਾਂ ਹੋਰ ਨਿਕਲੇ ਆ।
ਉਹ ਕਦੇ ਨਹੀਂ ਨਿਕਲ ਸਕਦਾ। ਉਹ ਹੁਣ ਸਾਨੂੰ ਜਿਹੜੇ ਲੋਕ ਆ ਸਾਨੂੰ ਉਹਲੇ ਐਫਰਟ ਕਰਨੀ ਪੈਣੀ ਆ। ਅੱਛਾ, ਮੈਨੂੰ ਇਹ ਦੱਸੋ, ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਆਪਾਂ ਇੱਕ ਵਾਰੀ ਫਿਰ ਗੱਲ ਕਰੀਏ, ਜਿਸ ਤੋਂ ਦੱਸ ਰਹੇ ਹੋ ਕਿ ਉੱਥੇ ਸਕੂਲ ਦੇ ਜਿਹੜੇ ਪਾਠਕ੍ਰਮ ਨੇ ਉਹਨਾਂ 'ਚ ਕੈਰੀਕੁਲਮ ਦੇ ਵਿੱਚ ਪੜ੍ਹਾਉਣਾ ਚਾਹੀਦਾ। ਜਿਹੜਾ ਭਾਰਤ ਆ ਉਹਦੇ 'ਚ ਤਾਂ ਇੱਕ ਸਰਕਾਰ ਆ ਜਾਂਦੀ ਹੈ, ਦੂਜੀ ਉਹਦਾ ਕਰਿਕੂਲਮ ਹੀ ਬਦਲ ਦਿੰਦੀ ਆ। ਉਹ ਚੈਪਟਰ ਇਹ ਕਢਾ ਕੇ ਨਵਾਂ ਕੋਈ ਅਜੀਬੋ ਗਰੀਬ ਆ ਜਿਹੜਾ ਹੁਣ ਆਏ ਹੋਏ ਕੁਝ ਹੋਰੇ ਕਰੀ ਜਾਂਦੇ ਜਿਹਨੂੰ ਇਹ ਭਗਵਾਂ ਕਰਨ ਕਰ ਰਹੇ ਨੇ। ਮੈਂ ਹੁਣ ਇਹਦੇ ਬਾਰੇ ਕਿਉਂਕਿ ਪ੍ਰੋਗਰਾਮ ਆਪਣਾ ਡਿਫਰੈਂਟ ਢੰਗ ਦਾ ਇਹਦੇ ਮੈਂ ਬਹੁਤਾ ਕੁਝ ਕਹਿਣਾ ਨਹੀਂ ਚਾਹੁੰਦਾ। ਜੋ ਕੁਝ ਉੱਤੇ ਹਾਲਾਤ ਹੈ ਸਾਰੇ ਲੋਕਾਂ ਨੂੰ ਪਤਾ ਹੀ ਆ। ਇਸ ਕਰਕੇ ਜਿਹੜੇ ਕਿ ਐਕਟਿਵਿਸਟ ਆ ਉਹ ਚਾਹੇ ਕਿਸੇ ਪਾਰਟੀ ਨਾਲ ਕਿਸੇ ਗਰੁੱਪ ਨਾਲ ਹੋਣ, ਉਹਨਾਂ ਨੂੰ ਆਪਣੀਆਂ ਅੱਖਾਂ ਖੋਲ੍ਹ ਕੇ ਰੱਖ ਕੇ ਇਹਨਾਂ ਲੋਕਾਂ ਨੂੰ ਮਜਬੂਰ ਕਰਨ ਲਈ ਲਗਾਤਾਰ ਜਦੋਜਹਿਦ ਕਰਨੀ ਪੈਣੀ ਹੈ। ਜਦੋਜਹਿਦ ਕੀਤੀ ਤੋਂ ਬਗੈਰ ਕੋਈ ਨਹੀਂ ਪੁੱਛਦਾ। ਕਦੇ ਮਾਂ ਬੱਚੇ ਨੂੰ ਮਾਂ ਵੀ ਕਹਿ ਦਿੰਦੀ ਆ ਵੀ ਇਹ ਭਲਾ ਮਾਨਸ ਬਹੁਤ ਆ ਵੀ ਕੁਝ ਕਹਿੰਦਾ ਹੀ ਨਹੀਂ। ਇਸ ਕਰਕੇ ਇਹਦੇ ਲਈ ਐਫਰਟ ਜਿਹੜੀ ਆ ਅਸੀਂ ਤਾਂ ਇਹ ਤੋਂ ਇਨਕਰੇਜ ਬਹੁਤ ਹੋਏ ਆ ਜੀ। ਨਾ ਅਸੀਂ ਕਿਸੇ ਨਾਲ ਇਹਦੇ ਲਈ ਕੋਈ ਈਰਖਾ ਦੀ ਭਾਵਨਾ ਕਰਦੇ ਆ ਵੀ ਇਹ ਸਾਨੂੰ ਸੱਤ ਨੂੰ ਦੇ ਦਿੱਤਾ ਕਿਸੇ ਨੂੰ। ਅਸੀਂ ਤਾਂ ਕਹਿੰਦੇ ਸਾਰੀਆਂ ਸੰਸਥਾਵਾਂ ਨੂੰ ਵੰਡਣ, ਸਮਾਂ ਉਹਨਾਂ ਨੂੰ ਵੀ ਕੋਈ ਆਵੇ ਲੱਗੇ ਵੀ ਅਸੀਂ ਵੀ ਗਾਹਾਂ ਤੁਰ ਕੇ ਕੋਈ ਹੋਰ ਕੰਮ ਕਰਾਉਣਾ, ਉਹਨਾਂ ਦੀ ਵੀ ਹੌਸਲਾ ਅਫਜ਼ਾਈ ਹੋਵੇ ਹੋਰ ਕੰਮ ਕਰਨ ਨਾ ਕੰਮ ਕਰਾਣੇ, ਉਹਨਾਂ ਦੀ ਜ਼ਿੰਮੇਵਾਰੀ ਵਧੇ ਸਾਰੇ ਕਰਨ। ਇਸ ਕਰਕੇ ਅਸੀਂ ਤਾਂ ਇਹਦੇ ਬਾਰੇ ਅਸੀਂ ਨਹੀਂ ਇਹ ਸਮਝਦੇ ਵੀ ਕਿਸੇ ਨੇ ਕੋਈ ਮੰਗ ਜਿਹੜੀ ਹੈ ਜੇ ਇੱਕ ਵਾਰ ਠਾਲਤੀ ਉਹਨੂੰ ਪੇਟੈਂਟ ਕਰਾ ਲਈ ਜਾਂ ਉਹਦੀ ਹੋ ਗਈ ਜਾਂ ਫਲਾਣੇ ਦੀ ਹੋ ਗਈ, ਅਸੀਂ ਇਹਦੇ ਯਕੀਨ। ਕਮਿਊਨਿਟੀ ਦੀ ਗੱਲ ਹੈ ਜੀ, ਇਹ ਕਮਿਊਨਿਟੀ ਦੀ ਸਾਂਝੀ ਗੱਲ ਆ। ਸਾਰੀ ਕਮਿਊਨਿਟੀ ਜੇ ਹੋਰ ਕਿਸੇ ਤੇ ਗੱਲ ਤੇ ਨਹੀਂ ਇਕੱਠੇ ਹੋਣਾ, ਮੇਵਾਸ ਉਹਦੇ ਤਾਂ ਇਕੱਠੇ ਹੋ ਜਾਓ। ਬਿਲਕੁਲ ਬਿਲਕੁਲ। ਮੇਵਾਸ ਉਹਦੇ ਇਕੱਠੇ ਹੋ ਕੇ ਇਹ ਕੌਮ ਦੇ ਸ਼ਹੀਦ ਨੇ ਉਹ ਸਾਰੇ ਉਹ ਜਿਹੜੀ ਸਾਡੇ ਵਾਂਗੂ ਆਏ ਸੀ ਜੀ, ਰੋਟੀ ਰੋਜੀ ਕਮਾਉਣ। ਉਹਦੀ ਮਾਂ ਡੀਕਦੀ ਉਹਦੀ ਗੁਜ਼ਰ ਗਈ, ਉਹਨੂੰ ਡੀਕਦੀ ਜਦੋਂ ਖਤਮ ਹੋ ਗਿਆ ਉਹ। ਸੰਘਾ ਸਾਹਿਬ, ਗੱਲਬਾਤ ਕਰਦਿਆਂ ਸਮਾਂ ਲਗਭਗ ਸਮਾਪਤ ਹੈ। ਅਖੀਰ ਦੇ ਵਿੱਚ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦੇ ਪ੍ਰਤੀ ਕੀ ਕਹਿਣਾ ਚਾਹੋਗੇ? ਮੈਂ ਤਾਂ ਸਿਰਫ ਜਲ੍ਹਿਆਂਵਾਲੇ ਬਾਗ ਦਾ, ਜਦੋਂ ਜਲ੍ਹਿਆਂਵਾਲੇ ਬਾਗ ਦਾ ਨਾਂ ਆਉਂਦਾ ਤਾਂ ਲੂੰ ਕੰਡੇ ਖੜ ਜਾਂਦੇ ਆ ਜੀ। ਤੇ ਅੱਜ ਵੀ ਜਲ੍ਹਿਆਂਵਾਲਾ ਬਾਗ ਮੁਲਕ ਦੇ ਲੋਕਾਂ ਨੂੰ ਪੁਕਾਰਦਾ, ਆਓ ਸੁਣੋ। ਜਿਸ ਕੰਮ ਲਈ ਇੱਥੇ ਲੋਕਾਂ ਨੇ ਆਪਣਾ ਖੂਨ ਡੋਲਿਆ ਸੀ, ਉਸ ਵਿਰਾਸਤ ਨੂੰ ਬਚਾਉਣ ਲਈ ਉਹਨੇ ਹੀ ਕਦਰਾਂ ਕੀਮਤਾਂ ਦੇ ਪਹਿਰਾ ਦੇਣ ਲਈ ਸਾਹਮਣੇ ਆਓ। ਨਹੀਂ ਤਾਂ ਜਿਹੜਾ ਹਿੰਦੁਸਤਾਨ ਆ ਉਹਨੂੰ ਜਿਹੜਾ ਦੂਜੇ ਪਾਸੇ ਨੂੰ ਉਹਦਾ ਧਰੂਵੀਕਰਨ ਹੁੰਦਾ, ਉਹਨੂੰ ਰੋਕਣ ਲਈ ਜਲ੍ਹਿਆਂਵਾਲੇ ਬਾਗ ਦੀ ਘਟਨਾ ਤੋਂ ਸਾਬਕ ਲਓ। ਸੰਘਾ ਸਾਹਿਬ, ਗੱਲਬਾਤ ਕਰਕੇ ਚੰਗਾ ਲੱਗਿਆ। ਫਿਰ ਕਿਸ ਦਿਨ ਗੱਲਬਾਤ ਕਰਾਂਗੇ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਦੋਸਤੋ। ਇਹ ਸਨ ਸੁਰਿੰਦਰ ਸੰਘਾ, ਜਿਨ੍ਹਾਂ ਨੇ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦੇ ਮੁਤਲਕ ਗੱਲਬਾਤ ਕੀਤੀ ਹੈ ਤੇ ਉਸ 'ਤੇ ਸੰਖੇਪ ਇਤਿਹਾਸ ਅਤੇ ਬਰਤਾਨਵੀ ਪਾਰਲੀਮੈਂਟ ਦੇ ਵਿੱਚ ਮੁਆਫੀ ਵਾਲੀ ਮੰਗ ਦੇ ਉੱਤੇ ਇੱਕ ਵਾਰ ਫਿਰ ਤੋਂ ਗੌਰ ਕਰਨ ਦੀ ਗੱਲ ਆਖੀ ਹੈ। ਸਮਾਂ ਸਮਾਪਤ ਹੋ ਰਿਹਾ ਹੈ। ਜਾਣ ਤੋਂ ਪਹਿਲਾਂ ਕਹਿਣਾ ਚਾਹੁੰਦਾ ਹੈ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਕੱਲ ਫਿਰ ਕਿਸੇ ਨਵੇਂ ਅਤੇ ਨਵੇਕਲੇ ਪ੍ਰੋਗਰਾਮ ਨਾਲ ਮੁੜ ਹਾਜ਼ਰ ਹੋਵਾਂਗਾ। ਉਦੋਂ ਤੱਕ ਵੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ।